ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤਾਂ ਸੰਗਤ ਨੂੰ ਬੇਨਤੀ ਹੈ ਕਿ ਕੱਲ੍ਹ ਤੋਂ ਸੰਥਿਆ ਸ਼ੁਰੂ ਹੋ ਜਾਣੀ ਹੈ। ਸੋ ਜਿਹੜੇ ਸੁਣ ਰਹੇ ਨੇ ਉਹਨਾਂ ਦੇ ਵਿੱਚੋਂ ਕਿਸੇ ਨੇ ਸੰਥਿਆ ਨਾ ਲਈ ਹੋਵੇ, ਕੱਲ੍ਹ ਨੂੰ 6 ਵਜੇ ਤੋਂ ਲੈ ਕੇ 7 ਵਜੇ ਤੱਕ ਸ਼ਾਮ ਨੂੰ ਆ ਜਾਣਾ ਜੀ। ਪਾਠ ਸਿਖਾਇਆ ਜਾਵੇਗਾ। ਇਸ ਲਈ ਫਿਰ ਕੱਲ੍ਹ ਨੂੰ ਜਿਹੜੀ ਕਥਾ ਹੈ ਉਹ 7:15 ਵਜੇ ਸ਼ੁਰੂ ਹੋਇਆ ਕਰਨੀ। ਹੁਣ ਤਾਂ 7 ਤੋਂ 8 ਹੁੰਦੀ ਹੈ, ਕੱਲ੍ਹ ਤੋਂ ਫਿਰ 7:15 ਵਜੇ ਤੋਂ ਲੈ ਕੇ 8:15 ਵਜੇ ਤੱਕ ਹੁੰਦੀ ਹੈ। ਸੋ ਖਿਆਲ ਰੱਖਣਾ। ਨਹੀਂ ਤਾਂ ਕਈ ਵਾਰੀ ਬੰਦਾ 7 ਵਜੇ ਆ ਬੈਠਦਾ ਅਤੇ ਉਹ ਕਹਿੰਦਾ ਵੀ ਕਥਾ ਸ਼ੁਰੂ ਨਹੀਂ, ਪਤਾ ਕੀ ਗੱਲ ਹੋ ਗਈ। ਕੱਲ੍ਹ ਨੂੰ ਕਥਾ 7:15 ਵਜੇ ਸ਼ੁਰੂ ਹੋਣੀ ਹੈ, 7:15 ਵਜੇ ਤੋਂ ਲੈ ਕੇ 8:15 ਵਜੇ ਤੱਕ। 6 ਵਜੇ ਤੋਂ ਲੈ ਕੇ 7 ਵਜੇ ਤੱਕ ਸੰਥਿਆ ਹੋਣੀ ਹੈ, ਪਾਠ ਸਿਖਾਇਆ ਜਾਣਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 340 ਦੇ ਵਿਚਾਲੇ ਜੇ ਕਰਕੇ 6 ਨੰਬਰ। ਕੱਕਾ ਕਿਰਨ ਕਮਲ ਮਹਿ ਪਾਵਾ, ਸਸ ਵਿਗਾਸ ਸੰਪਟ ਨਹੀਂ ਆਵਾ। ਉਂਝ ਤਾਂ ਕਮਲ ਫੁੱਲ ਜਿਹੜਾ ਹੈ ਜਦੋਂ ਸੂਰਜ ਚੜ੍ਹਦਾ ਹੈ ਉਹਦੀ ਕਿਰਨ ਪੈਂਦੀ ਹੈ, ਖਿੜ ਉੱਠਦਾ ਹੈ। ਜਦੋਂ ਸੂਰਜ ਛਿਪ ਜਾਂਦਾ, ਚੰਦਰਮਾ ਚੜ੍ਹਦਾ ਤਾਂ ਕਮਲ ਬੰਦ ਹੋ ਜਾਂਦਾ। ਪਰ ਜਦੋਂ ਰੱਬੀ ਕਿਰਨ, ਪਰਮਾਤਮਾ ਦੇ ਗਿਆਨ ਦੀ ਕਿਰਨ, ਕਮਲ ਭਾਵ ਮਨ, ਇਸ ਮਨ 'ਤੇ ਪੈਂਦੀ ਹੈ ਨਾ, ਸਸ ਵਿਗਾਸ, ਹੁਣ ਤਾਂ ਸ਼ਾਮ ਨੂੰ ਜਦੋਂ ਚੰਦਰਮਾ ਚੜ੍ਹਦਾ ਹੈ ਉਦੋਂ ਹੀ ਖਿੜਿਆ ਹੀ ਰਹਿੰਦਾ ਹੈ, ਸੰਪਟ ਨਹੀਂ ਆਵੇ, ਬੰਦ ਨਹੀਂ ਹੁੰਦਾ। ਮਨ ਰੂਪੀ ਕਮਲ ਭਾਵ ਦਿਨ ਰਾਤ ਖੜਿਆ ਰਹਿੰਦਾ। ਇਹ ਜਿਹੜਾ ਬੰਦ ਨਹੀਂ ਹੁੰਦਾ। ਸੰਪਟ ਹੁੰਦਾ ਕਿ ਡੱਬਾ, ਭਾਵ ਇਹ ਬੰਦ ਨਹੀਂ ਹੁੰਦਾ। ਨਹੀਂ ਤਾਂ ਸ਼ਾਮ ਨੂੰ ਜਦੋਂ ਸੂਰਜ ਛਿਪ ਜਾਂਦਾ ਹੈ, ਚੰਦਰਮਾ ਚੜ੍ਹਦਾ ਹੈ, ਤਾਂ ਜਿਹੜਾ ਕੰਮੀ ਦਾ ਫੁੱਲ ਹੈ ਉਹ ਤਾਂ ਚੰਦਰਮਾ ਦੇ ਵਿੱਚ ਖਿੜਦਾ ਹੈ। ਜਿਹੜਾ ਕਮਲ ਫੁੱਲ ਹੈ ਇਹ ਸੂਰਜ ਦੇ ਰੋਸ਼ਨੀ 'ਚ ਖਿੜਦਾ ਹੈ। ਉਂਝ ਤਾਂ ਜਿਹੜਾ ਕਮਲ ਦਾ ਫੁੱਲ ਹੈ ਜਦੋਂ ਸੂਰਜ ਦੀ ਕਿਰਨ ਪੈਂਦੀ ਹੈ ਤਾਂ ਖਿੜ ਉੱਠਦਾ ਹੈ। ਸ਼ਾਮ, ਸ਼ਸ਼ੀ ਹਿੰਦੀ ਦਾ ਸ਼ਬਦ ਸ਼ਸ਼ੀ, ਸਪੈਲਿੰਗ ਉਹੀ ਨੇ, ਸੱਸਾ ਸੱਸੇ ਰੁਸਿਆਰੀ, ਪਰ ਗੁਰਬਾਣੀ ਦੀ ਨਿਯਮ ਅਨੁਸਾਰ ਆਪਾਂ ਇਸ ਨੂੰ ਬੋਲਦੇ ਹਾਂ ਸਸ। ਸਸ ਵਿਗਾਸ ਸੰਪਟ ਨਹੀਂ ਆਵੇ, ਭਾਵ ਇੱਕ ਵਾਰੀ ਖਿੜਿਆ ਹੋਇਆ ਫੁੱਲ, ਮਨ ਰੂਪੀ ਕਮਲ ਖਿੜਿਆ ਹੋਇਆ, ਫਿਰ ਜਿਹੜਾ ਬੰਦ ਨਹੀਂ ਹੁੰਦਾ। ਅਰਜੇ ਤਹ ਕੁਸਮ ਰਸ ਪਾਵਾ, ਅਕਹਿ ਕਹਾਂ ਕਹਿ ਕਾ ਸਮਝਾਵਾ। ਕਹਿੰਦੇ ਜੇ ਇਹ ਕੁਸਮ ਫੁੱਲ ਨੂੰ ਕਹਿੰਦੇ ਨੇ, ਜੇ ਕਹਿੰਦੇ ਫੁੱਲ ਦੀ ਰਸ ਜਿਹਨੂੰ ਪ੍ਰਾਪਤ ਹੋ ਜਾਂਦਾ ਹੈ, ਅਕਹਿ, ਇਹ ਅਵਸਥਾ ਅਕਹਿ ਹੈ। ਕਹਿ ਕਾ ਸਮਝਾਵਾ, ਕਿਸੇ ਨੂੰ ਕਹਿ ਕੇ ਕਿਵੇਂ ਸਮਝਾਇਆ ਜਾ ਸਕਦਾ ਹੈ। ਜਿਸ ਨੂੰ ਇਹ ਨਾਮ ਰਸ ਆ ਜਾਂਦਾ ਨਾ, ਕਹਿੰਦੇ ਉਹ ਅਵਸਥਾ ਅਕਹਿ ਹੋ ਜਾਂਦੀ ਹੈ, ਉਹ ਵਰਣਨ ਤੋਂ ਬਾਹਰ ਹੋ ਜਾਂਦੀ ਹੈ। ਅਤੇ ਫਿਰ ਕਿਸੇ ਨੂੰ ਕਹਿ ਕੇ ਕਿਵੇਂ ਸਮਝਾਵਾਂ ਮੈਂ, ਕਿਉਂਕਿ ਜਿਹਨੂੰ ਰਸ ਆਉਂਦਾ ਸਿਰਫ ਉਹੀ ਜਾਣਦਾ ਹੈ। ਆਪਾਂ ਤਾਂ ਰਸ ਆਏ ਹੀ ਨਹੀਂ, ਇਸ ਲਈ ਸਾਨੂੰ ਇਹ ਗੱਲ ਹੀ ਨਹੀਂ ਸਮਝ ਆ ਸਕਦੀ ਹੈ ਵੀ ਨਾਮ ਵੀ ਕੋਈ ਰਸ ਹੁੰਦਾ ਹੈ। ਜਿਵੇਂ ਆਪਾਂ ਕੋਈ ਬਹੁਤ ਮਿੱਠੀ ਚੀਜ਼ ਖਾ ਲਈਏ ਅਤੇ ਫਿਰ ਫਿੱਕੀ ਖਾਣ ਨੂੰ ਜੀਅ ਨਹੀਂ ਕਰਦਾ, ਕਿਉਂਕਿ ਮਿੱਠੀ ਖਾ ਲਈ ਹੈ। ਜਿਵੇਂ ਕੋਈ ਪਰੌਂਠੇ ਖਾ ਲਏ ਅਤੇ ਫਿਰ ਸੁੱਕੀਆਂ ਖਾਣ ਨੂੰ ਜੀਅ ਨਹੀਂ ਕਰਦਾ। ਹਾਂ, ਜੋ ਖਾ ਹੀ ਸੁੱਕੀਆਂ ਰਿਹਾ ਤਾਂ ਫਿਰ ਖਾਈ ਜਾਏਗਾ। ਗਰੀਬ ਜਿਹੜਾ ਹੈ, ਮੈਂ ਦੇਖਿਆ ਆਪਣੀ ਗਰੀਬੀ ਤੋਂ ਤੰਗ ਨਹੀਂ ਹੈ। ਕਿਉਂ? ਉਹਨੇ ਅਮੀਰੀ ਦਾ ਸਵਾਦ ਹੀ ਨਹੀਂ ਦੇਖਿਆ। ਜਿਸ ਗਰੀਬ ਨੇ ਅਮੀਰੀ ਦਾ ਸਵਾਦ ਵੇਖ ਲਿਆ ਉਹ ਜ਼ਰੂਰ ਅਮੀਰ ਹੋਣਾ ਚਾਹੁੰਦਾ ਹੈ, ਪਰ ਜਿਸ ਗਰੀਬ ਨੇ ਅਮੀਰੀ ਦਾ ਸਵਾਦ ਹੀ ਨਹੀਂ ਕਦੇ ਚੱਖਿਆ ਉਹ ਆਪਣੀ ਗਰੀਬੀ 'ਚ ਆਨੰਦ 'ਚ ਹੈ। ਇਸ ਤਰ੍ਹਾਂ ਜਿਹਨੇ ਕਦੇ ਪਰੌਂਠਾ ਖਾਧਾ ਹੀ ਨਹੀਂ ਉਹ ਆਪਣੀ ਸੁੱਕੀ ਰੋਟੀ 'ਚ ਖੁਸ਼ ਹੈ, ਪਰ ਜਿੱਦੇ ਉਹਨੇ ਪਰੌਂਠਾ ਖਾ ਲਿਆ ਫਿਰ ਉਹਨੂੰ ਸੁੱਕੀ ਚੰਗੀ ਨਹੀਂ ਲੱਗਣੀ, ਕਿਉਂਕਿ ਉਹਨੇ ਰਸ ਮੰਨ ਲਿਆ। ਅਸੀਂ ਸਦੀਆਂ ਤੱਕ ਗੁਲਾਮੀ 'ਚ ਰਹੇ, ਠੀਕ ਹੈ, ਉਸੇ 'ਚ ਅਸੀਂ ਸੰਤੁਸ਼ਟ ਸੀ। ਜਦੋਂ ਸਾਡੇ ਲੀਡਰ ਫੋਰਨ ਕੰਟਰੀ ਪੜ੍ਹਨ ਗਏ, ਉੱਥੇ ਇੰਗਲੈਂਡ ਦਾ ਅਤੇ ਹਿੰਦੁਸਤਾਨ ਦਾ ਜਦੋਂ ਮੁਕਾਬਲਾ ਕਰਕੇ ਵੇਖਿਆ ਵੀ ਇਹ ਤਾਂ ਆਜ਼ਾਦ ਲੋਕ ਨੇ, ਤਾਂ ਯਾਰ ਮੌਜਾਂ ਕਰਦੇ ਨੇ, ਆਪਾਂ ਗੁਲਾਮ ਹਾਂ।
ਉਹਨਾਂ ਨੇ ਆਜ਼ਾਦੀ ਦਾ ਕੁਝ ਸਾਲ ਉੱਥੇ ਰਸ ਮਾਣ ਲਿਆ ਪੜ੍ਹਾਈ ਦੇ ਦੌਰਾਨ। ਹੁਣ ਕਿਉਂਕਿ ਆਜ਼ਾਦੀ ਦਾ ਰਸ ਮਾਣ ਲਿਆ ਹੈ, ਉਹਨਾਂ ਨੂੰ ਹੁਣ ਗੁਲਾਮੀ ਚੰਗੀ ਨਹੀਂ ਲੱਗਦੀ, ਉਹਨਾਂ ਆ ਕੇ ਆਜ਼ਾਦੀ ਮੰਗਣੀ ਸ਼ੁਰੂ ਕਰਤੀ। ਸਾਡੇ ਵਰਗੇ ਜਿਹੜੇ ਸਦੀਆਂ ਤੋਂ ਗੁਲਾਮੀ 'ਚ ਰਹਿ ਰਹੇ ਸਨ, ਉਹਨਾਂ ਨੇ ਬੜਾ ਅਜੀਬ ਲੱਗਦਾ ਸੀ ਵੀ ਆਜ਼ਾਦੀ ਕੀ ਹੁੰਦੀ ਹੈ। ਜਿਵੇਂ ਕਿ ਸੁੱਕੀਆਂ ਰੋਟੀਆਂ ਖਾਣ ਕਹੇ ਤੁਸੀਂ ਪਰੌਂਠੇ ਖਾਇਆ ਕਰੋ, ਉਹ ਕਹਿੰਦੇ ਉਹ ਪਤਾ ਨਹੀਂ ਕੀ ਹੁੰਦੇ ਨੇ, ਉਹ ਕੀ ਹੁੰਦੇ ਨੇ। ਇਸ ਲਈ ਲੋਕਾਂ ਨੇ ਆਜ਼ਾਦੀ ਮੰਗਣ ਵਾਲਿਆਂ ਦੀ ਵਿਰੋਧਤਾ ਕਰਨੀ ਸ਼ੁਰੂ ਕਰਤੀ। ਸਗੋਂ ਸਰਕਾਰ ਕੋਲ ਨੂੰ ਜਾ ਕੇ ਦੱਸਦੇ ਸਨ ਸਾਡੇ ਪਿੰਡ ਦਾ ਜੀ, ਸਾਡੇ ਸ਼ਹਿਰ ਦੀ ਕਲੋਨੀ ਦਾ ਉਹ ਆਜ਼ਾਦੀ ਮੰਗਦਾ ਜੀ, ਉਹਨੂੰ ਆਪਣੇ ਨੂੰ ਫੜਾ ਦਿਆ ਕਰਦੇ। ਕਿਉਂ? ਸਵਾਦ ਨਹੀਂ ਸੀ ਕਦੇ ਚੱਖਿਆ। ਮੈਂ ਕਿਤੇ ਬੈਠਾ ਵਿਚਾਰ ਕਰ ਰਿਹਾ ਸੀ ਵੀ ਜਿਹੜਾ ਬੰਦਾ ਗਰੀਬੀ 'ਚ ਹੀ ਪੈਦਾ ਹੋਇਆ, ਗਰੀਬੀ 'ਚ ਰਹਿ ਰਿਹਾ ਹੈ, ਉਹ ਅਮੀਰ ਹੋਣਾ ਹੀ ਨਹੀਂ ਚਾਹੁੰਦਾ। ਉਹ ਆਪਣੀ ਕਿਸਮਤ ਸੰਤੁਸ਼ਟ ਹੈ, ਕਿਉਂਕਿ ਉਹਨੇ ਅਮੀਰੀ ਦਾ ਆਨੰਦ ਹੀ ਨਹੀਂ ਕਦੇ ਮਾਣਿਆ। ਕਿਸੇ ਗਰੀਬ ਨੂੰ ਤੁਸੀਂ ਏਅਰ ਕੰਡੀਸ਼ਨ ਕਾਰ 'ਚ ਬਿਠਾ ਕੇ ਕਿਤੇ ਲੈ ਕੇ ਜਾਓ, ਫਿਰ ਉਹ ਕਹੇਗਾ ਆਏ ਹਾਏ ਯਾਰ ਸਾਡੇ ਕੋਲ ਕਿਤੇ ਏਅਰ ਕੰਡੀਸ਼ਨ ਕਾਰ ਹੁੰਦੀ ਨਾ। ਇੱਕ ਬੰਦਾ ਗਰੀਬ ਹੈ, ਪੱਖੇ ਹੇਠ ਸਾਰੀ ਰਾਤ ਸੌਂ ਰਿਹਾ ਹੈ, ਉਹ ਕਦੇ ਕੂਲਰ ਹੇਠਾਂ ਜਾਂ ਏਸੀ ਹੇਠਾਂ ਸੁੱਤਾ ਹੀ ਨਹੀਂ, ਉਹਦੇ ਅੰਦਰ ਕੋਈ ਭਾਵਨਾ ਨਹੀਂ ਜਾਗੇਗੀ। ਪਰ ਜੇ ਕਦੇ ਇੱਕ ਦਿਨ ਕੂਲਰ ਦੇ ਹੇਠਾਂ ਸੌਂ ਗਿਆ, ਉਹ ਕਹੇਗਾ ਹਾਂ ਯਾਰ ਕੂਲਰ ਹੋਣਾ ਚਾਹੀਦਾ ਹੈ, ਉਹਨੂੰ ਰਸ ਆ ਗਿਆ ਨਾ, ਦੂਜੇ ਨੂੰ ਪਤਾ ਨਹੀਂ। ਇਸ ਲਈ ਜਿਹਨੂੰ ਨਾਮ ਰਸ ਆਉਂਦਾ ਨਾ, ਉਹਨੂੰ ਫਿਰ ਦੂਜੇ ਰਸ ਚੰਗੇ ਨਹੀਂ ਲੱਗਦੇ। ਆਏ ਹੀ ਨਹੀਂ ਠੀਕ ਹੈ, ਦੂਜੇ ਰਸ ਚੰਗੇ ਲੱਗਦੇ ਨੇ, ਕਿਉਂਕਿ ਨਾਮ ਰਸ ਆਏ ਨਹੀਂ, ਇਸ ਲਈ ਉਹਨੂੰ ਦੂਜੇ ਰਸਾਂ 'ਚ ਆਨੰਦ ਹੈ। ਜਦੋਂ ਨਾਮ ਰਸ ਚੱਖ ਲਏਗਾ ਨਾ, ਫਿਰ ਉਹਨੂੰ ਦੂਜੇ ਨਹੀਂ ਚੰਗੇ ਲੱਗਣੇ। ਕਿਉਂਕਿ ਮੈਂ ਕਈ ਵਾਰੀ ਬੈਠਾ ਵਿਚਾਰ ਕਰਦਾ ਰਹਿੰਦਾ ਵੀ ਇਹ ਗਰੀਬ ਲੋਕ ਆਪਣੀ ਗਰੀਬੀ 'ਚੋਂ ਕਿਉਂ ਨਹੀਂ ਨਿਕਲਣਾ ਚਾਹੁੰਦੇ। ਫਿਰ ਮੈਂ ਸੋਚਿਆ ਵੀ ਉਹ ਇਹਨਾਂ ਨੂੰ ਅਮੀਰੀ 'ਚ ਰਹਿਣ ਦਾ ਮੌਕਾ ਹੀ ਨਹੀਂ ਕਦੇ ਮਿਲਿਆ, ਇਸ ਲਈ ਉਹਨੂੰ ਪਤਾ ਹੀ ਨਹੀਂ ਅਮੀਰੀ ਕੀ ਹੁੰਦੀ ਹੈ, ਨਾ ਅਮੀਰੀ ਦਾ ਆਨੰਦ ਨਹੀਂ ਮਾਣਿਆ ਹੈ। ਨਹੀਂ ਤਾਂ ਨਾ ਆਪਣੀ ਗਰੀਬੀ ਤੋਂ ਤੰਗ ਆ ਜਾਣਾ ਸੀ ਅਤੇ ਅਮੀਰ ਹੋਣ ਦੀ ਕੋਸ਼ਿਸ਼ ਕਰਨੀ ਸੀ। ਫਿਰ ਕੋਈ ਅਮੀਰ ਹੋਣ ਦੀ ਕੋਸ਼ਿਸ਼ ਕਰਦਾ, ਫਿਰ ਉਹ ਕਿਸੇ ਨੂੰ ਪੁੱਛਦਾ ਕਿ ਮੈਂ ਕਿਵੇਂ ਅਮੀਰ ਹੋ ਸਕਦਾ, ਫਿਰ ਉਹਨੂੰ ਦੱਸੇਗਾ। ਪਹਿਲਾਂ ਉਹ ਪੁੱਛੇਗਾ ਤੂੰ ਸ਼ਰਾਬ ਪੀਣਾ? ਹਾਂ ਪੀਣਾ, ਪਹਿਲੇ ਇਹਨੂੰ ਛੱਡ। ਕੋਈ ਨਸ਼ਾ ਕਰਦਾ? ਹਾਂ ਕਰਦਾ, ਪਹਿਲੇ ਇਹਨੂੰ ਛੱਡ, ਤਾਂ ਹੀ ਤੂੰ ਅਮੀਰ ਹੋਏਗਾ, ਨਹੀਂ ਤਾਂ ਕਿਵੇਂ ਅਮੀਰ ਹੋ ਜਾਏਗਾ। ਇਸੇ ਤਰ੍ਹਾਂ ਜਿਹਨੇ ਨਾਮ ਰਸ ਲੈਣਾ ਨਾ, ਜਿਹਨੂੰ ਆਇਆ ਨਾ ਨਾਮ ਰਸ, ਜੇ ਉਹਨੂੰ ਪੁੱਛੇ ਉਹ ਕਿਵੇਂ ਆਊਗਾ, ਕਹਿੰਦਾ ਪਹਿਲੇ ਇਹ ਰਸ ਛੱਡ, ਪਹਿਲਾਂ ਇੱਧਰੋਂ ਖਿਆਲ ਛੱਡ, ਨਾਮ ਰਸ ਵੱਲ ਖਿਆਲ ਕਰ। ਜਦ ਨਾਮ ਰਸ ਆ ਜਾਏਗਾ, ਦੂਜੇ ਰਸ ਆਪੇ ਨਿਰਸ ਫਿੱਕੇ ਲੱਗਣਗੇ। ਇਸ ਲਈ ਜਿਹਦੇ ਅੰਦਰ ਮਨ ਰੂਪੀ ਕਮਲ 'ਤੇ ਪਰਮਾਤਮਾ ਦੇ ਨਾਮ ਦੀ ਕਿਰਨ ਪੈਂਦੀ ਹੈ ਨਾ ਜਦੋਂ, ਕਹਿੰਦਾ ਫਿਰ ਇਹ ਚੰਦਰਮਾ ਦੀ ਚਾਨਣੀ ਦੇ ਵਿੱਚ ਬੰਦ ਨਹੀਂ ਹੁੰਦਾ, ਇਹ ਕਮਲ ਦਿਨ ਰਾਤ ਖਿੜਿਆ ਹੀ ਰਹਿੰਦਾ। ਸੰਸਾਰੀ ਕਮਲ ਤਾਂ ਦਿਨ ਹੀ ਖਿੜਦਾ ਅਤੇ ਸ਼ਾਮ ਨੂੰ ਬੰਦ ਹੋ ਜਾਂਦਾ। ਅਤੇ ਜਿਸ ਨੂੰ ਇਹ ਫੁੱਲ ਦਾ ਰਸ ਆ ਗਿਆ ਹੈ, ਇਹ ਨਾਮ ਰਸ ਜਿਸ ਨੂੰ ਆ ਗਿਆ, ਅਕਹਿ, ਉਹ ਵਰਣਨ ਤੋਂ ਬਾਹਰ ਹੈ। ਕਹਿੰਦੇ ਕਹਿ ਕੇ ਕਿਵੇਂ ਸਮਝਾਵਾਂ, ਮੈਂ ਦੱਸਿਆ ਨਹੀਂ ਜਾ ਸਕਦਾ, ਕੁਝ ਸ਼ਬਦ ਹੀ ਨਹੀਂ ਹੈਗੇ। ਉੱਪਰ ਸ਼ੁਰੂ 'ਚ ਹੈ ਨਾ 52 ਅੱਖਰੀ 'ਚ ਵੀ ਸੰਸਾਰ ਦੇ 3 ਲੋਕ ਨੇ, ਉਹਨਾਂ ਦਾ ਵਰਣਨ ਅੱਖਰਾਂ 'ਚ ਹੁੰਦਾ ਹੈ, ਪਰ ਜੇ ਰੱਬੀ ਲੋਕ ਉਹਦਾ ਵਰਣਨ ਅੱਖਰਾਂ 'ਚ ਹੋ ਹੀ ਨਹੀਂ ਸਕਦਾ। ਜਿਨ੍ਹਾਂ ਨੇ ਪਰਮਾਤਮਾ ਦੇ ਦਰਸ਼ਨ ਕੀਤੇ, ਅੱਖਰ ਹੀ ਕੋਈ ਨਹੀਂ ਸਨ, ਕਿਵੇਂ ਦੱਸਦੇ ਇਹੋ ਜਿਹਾ ਪਰਮਾਤਮਾ, ਇਸ ਨੂੰ ਦੱਸ ਹੀ ਨਹੀਂ ਸਕੇ। ਲੋਕਾਂ ਨੂੰ ਡਾਊਟ ਹੋ ਜਾਂਦਾ ਵੀ ਜੇ ਨਾ ਪਰਮਾਤਮਾ ਨੂੰ ਦੇਖਿਆ ਹੁੰਦਾ ਫਿਰ ਦੱਸ ਨਾ ਦਿੰਦੇ। ਉਹ ਅੱਖਰ ਹੀ ਕੋਈ ਨਹੀਂ ਜਿਨ੍ਹਾਂ ਅੱਖਰਾਂ ਨਾਲ ਪਰਮਾਤਮਾ ਬਾਰੇ ਦੱਸਿਆ ਜਾ ਸਕਦਾ ਹੈ, ਉਹ ਅੱਖਰ ਹੀ ਕੋਈ ਨਹੀਂ। ਇਹ ਅੱਖਰ ਤੇ ਖਿਰ ਜਾਣਗੇ, ਨਾਸ ਹੋ ਜਾਣਗੇ, ਉਹਨਾਂ ਨੇ ਨਾਸ ਹੋਣਾ। ਇਸ ਕਰਕੇ ਜਿਨ੍ਹੇ ਪਰਮਾਤਮਾ ਦੇ ਦਰਸ਼ਨ ਕੀਤੇ ਨਾ, ਉਹ ਇਹੀ ਕਹੋ ਵੀ ਤੁਸੀਂ ਵੀ ਕਰਕੇ ਵੇਖ ਲਓ, ਬਸ ਕੁੰਕੇ ਦੀ ਮਠਿਆਈ ਵਰਗਾ ਰਸ ਹੈ। ਖੱਖਾ ਇਹ ਖੋੜ ਮਨ ਆਵਾ, ਖੋੜ ਕਦੇ ਦਰਖਤਾਂ ਦੇ ਵਿੱਚ ਨਾ ਵਿੱਚ ਖੋੜ ਵੇਖੀ ਉਹਨੇ, ਜਾਨਵਰ ਉਹਦੇ ਵਿੱਚ ਆ ਪੈਂਦੇ ਨੇ ਰਾਤ ਨੂੰ। ਸਾਡਾ ਅਸਲੀ ਥਾਂ ਜਦੋਂ ਮਨ
ਦਸਮ ਦਵਾਰ ਰੂਪੀ ਖੋੜ 'ਚ ਇੱਕ ਵਾਰੀ ਆ ਜਾਂਦਾ ਨਾ, ਖੋੜੇ ਛਾੜਨਾ ਦਸ ਦਿੱਤਾ, ਫਿਰ ਉਹ ਇਸ ਖੋੜ ਨੂੰ ਛੱਡ ਕੇ ਹੋਰ ਕਿਤੇ ਨਹੀਂ ਭਟਕਦਾ। ਕਿਉਂ ਨਹੀਂ ਭਟਕਦਾ? ਕਿਉਂਕਿ ਉਹਨੂੰ ਉੱਥੋਂ ਰਸ ਆ ਗਿਆ ਹੈ। ਭੌਰਾ ਹੈ, ਇੱਕ ਫੁੱਲ ਨੂੰ ਚੂਸਦਾ ਹੈ, ਨਹੀਂ ਰਸ ਹੈ, ਘੂੰ 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 ਕਰਦਾ ਦੂਜੇ ਫੁੱਲ 'ਤੇ ਜਾ ਪੈਂਦਾ, ਉਹਨੂੰ ਚੂਸ ਕੇ ਵੇਖਦਾ, ਨਹੀਂ ਰਸ ਆਇਆ। ਤੀਜੇ ਚੌਥੇ ਪੰਜਵੇਂ ਜਾ ਕੇ ਜਿੱਥੋਂ ਰਸ ਆਉਂਦਾ ਉਹ ਫਿਰ ਚੂਸਣਾ ਸ਼ੁਰੂ ਕਰ ਦਿੰਦਾ। ਉਹ ਫੁੱਲ ਨੂੰ ਛੱਡ ਕੇ ਜਾਂਦੇ ਹੀ ਨਹੀਂ, ਰਾਤ ਨੂੰ ਫੁੱਲ ਬੰਦ ਹੋ ਜਾਂਦਾ, ਭੌਰਾ ਵਿੱਚ ਹੀ ਬੰਦ ਹੋ ਕੇ ਮਰ ਜਾਂਦਾ, ਪਰ ਉਸ ਰਸ ਨੂੰ ਨਹੀਂ ਛੱਡਦਾ। ਇਹ ਰਸ ਆਵਾ ਹੋਰ ਰਸ ਨਹੀਂ ਪਾਵਾ, ਉੱਥੇ ਜਾ ਕੇ। ਸੋ ਜਿਨ੍ਹਾਂ ਨੂੰ ਆਇਆ ਹੋਊਗਾ ਨਾ ਉਹਨਾਂ ਫਿਰ ਵਰਣਨ ਕੀਤਾ, ਕਹਿੰਦੇ ਪਰ ਇਸ ਰਸ ਨੂੰ ਅਸੀਂ ਵਰਣਨ ਹੀ ਨਹੀਂ ਕਰਦੇ, ਇਹ ਤਾਂ ਅਕਹਿ ਹੈ। ਇਹ ਇੰਨਾ ਰਸ ਹੈ ਕਿ ਉਹਨੂੰ ਸ਼ਬਦਾਂ 'ਚ ਵਰਣਨ ਹੀ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਹੀ ਇਹ ਜਿਹੜੀ ਖੋੜ ਹੈ, ਦਸਮ ਦੁਆਰ ਜੋ ਹੈ, ਜਦੋਂ ਮਨ ਇੱਥੇ ਪਹੁੰਚਦਾ ਨਾ, ਖੋੜੇ ਛਾੜਨਾ ਦਹਿ ਦਿਸ ਧਾਵਾ, ਫਿਰ ਇਸ ਥਾਂ ਨੂੰ ਛੱਡ ਕੇ ਭਟਕਦਾ ਨਹੀਂ ਹੈ। ਖਸਮੈ ਜਾਨ ਖਿਮਾ ਕਰ ਰਹੇ, ਖਿਮਾ ਸਹਿਨ ਸ਼ਕਤੀ ਹੁੰਦੀ। ਜਿਹਨੇ ਸੰਤ ਬਣਨਾ, ਭਗਤ ਬਣਨਾ, ਲੋਕ ਜੋ ਮਰਜ਼ੀ ਅਵਾ ਤਵਾ ਬੋਲੀ ਜਾਣ, ਅੱਗੋਂ ਕੋਈ ਜਵਾਬ ਨਹੀਂ ਦਿੰਦਾ। ਕੌੜੇ ਬੋਲਾਂ ਨੂੰ ਵੀ ਸਹਿਣਾ ਹੁੰਦਾ। ਨਹੀਂ ਤੇ ਜੇ ਉਹ ਅੱਗੋਂ ਜਵਾਬ ਦੇਣ ਲੱਗੇ ਫਿਰ ਸੰਤ ਕਹਦਾ, ਫਿਰ ਸਾਡੇ ਵਰਗੇ ਹੋਏ। ਜਿਹੜੇ ਅਸਲੀ ਸੰਤ ਹੁੰਦੇ ਨੇ ਉਹ ਬਹਿਸ 'ਚ ਨਹੀਂ ਪੈਂਦੇ ਹੁੰਦੇ। ਇੱਕ ਨੇ ਮੰਨ ਲਾ ਦੂਜੇ ਦੀ, ਜਿਹੜਾ ਆਪਣੇ ਨੂੰ ਸੰਤ ਕਹਿਲਾ ਰਿਹਾ ਪਰ ਦੂਜੇ ਸੰਤ ਦੀ ਨਿੰਦਿਆ ਕਰੋ, ਸੰਤ ਹੁੰਦਾ ਹੀ ਨਹੀਂ ਹੈ। ਉਹਨੂੰ ਸੰਤ ਸਮਝਣਾ ਹੀ ਮੂਰਖਤਾ, ਜਿਹੜਾ ਕਿਸੇ ਦੀ ਨਿੰਦਿਆ ਕਰ ਰਿਹਾ ਹੈ। ਅਤੇ ਜਿਹੜਾ ਨਿੰਦਿਆ ਸੁਣ ਕੇ ਅੱਗੋਂ ਜਵਾਬ ਦਿੰਦਾ ਉਹ ਵੀ ਸੰਤ ਨਹੀਂ ਹੈ। ਜਿਹੜਾ ਸੰਤ ਹੈ ਉਹਨੂੰ ਤਾਂ ਪਤਾ ਹੈ ਨਿੰਦਿਆ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ। ਅਤੇ ਜੇ ਨਿੰਦਿਆ ਕਰਦੇ ਫਿਰ ਉਹ ਮਨਮੁਖ ਹੈ, ਉਹ ਮੂਰਖ ਹੈ, ਉਹ ਕਰਦੇ ਹੀ ਨਹੀਂ। ਅਤੇ ਜਿਹਨੇ ਸੰਤ ਬਣਨਾ ਜਾਂ ਸੰਤ ਹੁੰਦਾ ਉਹ ਨਿੰਦਿਆ ਸੁਣ ਕੇ ਅੱਗੋਂ ਕੁਛ ਨਹੀਂ ਕਹਿੰਦਾ, ਚੁੱਪ ਕਰ ਰਹਿੰਦਾ ਬਸ। ਕਿ ਉਹ 'ਚ ਖਿਮਾ ਹੁੰਦੀ ਹੈ, ਉਹ 'ਚ ਸਹਿਣ ਸ਼ਕਤੀ ਹੁੰਦੀ ਹੈ, ਸਹਿਣ ਸ਼ਕਤੀ ਹੁੰਦੀ ਹੈ। ਫਿਰ ਜਿਹੜਾ ਪਰਮਾਤਮਾ ਨੂੰ ਜਾਣ ਲੈਂਦਾ ਨਾ, ਉਹਦੇ ਅੰਦਰ ਸਹਿਣ ਸ਼ਕਤੀ ਪੈਦਾ, ਜੋ ਮਰਜ਼ੀ ਉਹਨੂੰ ਕਹੀ ਜਾਓ ਉਹ ਅੱਗੋਂ ਕੁਛ ਨਹੀਂ ਕਹਿੰਦਾ। ਤਾਂ ਇੱਕ ਵੀ ਨਿੰਦੋ ਨਿੰਦੋ ਮੋਹ ਕੋ ਲੋਕ ਨਿੰਦੋ ਕਰੀ ਜੋ ਕਿਤੇ ਨਿੰਦਿਆ। ਉਹਨੇ ਇੱਕ ਸ਼ਰਤ ਰੱਖੀ ਹੈ, ਹਿਰਦਾ ਸ਼ੁੱਧ ਜੋ ਨਿੰਦਾ ਹੋਏ, ਹਮਾਰੇ ਕੱਪੜੇ ਨਿੰਦਕ ਧੋਏ। ਹਿਰਦਾ ਸ਼ੁੱਧ ਹੈ ਫਿਰ ਨਿੰਦਿਆ ਕਰਦੇ ਕਰੀ ਜਾਵੇ, ਕਰੀ ਜਾ। ਨਿੰਦਿਆ ਕਰਨ ਨਾਲ ਆਪਣੇ ਅੰਦਰ ਹੀ ਨਿੰਦਿਆ ਦਾ ਔਗੁਣ ਪੈਦਾ ਹੋ ਜਾਂਦਾ। ਇਹ ਖਿਆਲ ਰੱਖਣਾ। ਵਡਿਆਈ ਕਰਦਾ ਕਰਦਾ ਉਹਦੇ ਅੰਦਰ ਵਡਿਆਈ ਵਾਲਾ ਗੁਣ ਪੈਦਾ ਹੋ ਜਾਂਦਾ ਹੈ। ਦੂਜਿਆਂ ਦੀ ਨਿੰਦਿਆ ਕਰਦਾ ਕਰਦਾ ਉਹਨਾਂ ਦੇ ਜਿਹੜੇ ਜਿਹਦੀ ਨਿੰਦਿਆ ਕਰੇ ਉਹਦੇ ਔਗੁਣ ਉਹਦੇ ਅੰਦਰ ਪ੍ਰਵੇਸ਼ ਕਰ ਜਾਂਦੇ। ਨਿੰਦਿਆ ਹਮੇਸ਼ਾ ਈਰਖਾ ਚਾਹ ਕੇ ਕੀਤੀ ਜਾਂਦੀ। ਅਸੀਂ ਆਪ ਉਹੋ ਜਿਹੇ ਬਣ ਨਹੀਂ ਸਕਦੇ ਅਤੇ ਉਹ ਸਾਡੇ ਤੋਂ ਸਹਿਣ ਨਹੀਂ ਹੁੰਦਾ ਹੈ, ਇਸ ਲਈ ਉਹ ਨਿੰਦਿਆ ਕਰਦਾ ਹੈ। ਨਿੰਦਿਆ 'ਚ ਹਮੇਸ਼ਾ ਈਰਖਾ ਹੁੰਦੀ ਹੈ। ਇਸ ਲਈ ਜਿਹਨੇ ਭਜਨ ਬੰਦਗੀ ਕਰਨੀ ਹੈ ਉਹਨੂੰ ਸ਼ਾਂਤ ਰਹਿਣਾ ਚਾਹੀਦਾ ਹੈ, ਜੋ ਮਰਜ਼ੀ ਕੋਈ ਕਹੀ ਜਾਵੇ। ਤਾਂ ਹੋਏ ਨਿਖਿਓ ਅਖੈ ਪਦ ਲਹੈ। ਖਿਓ ਹੁੰਦਾ ਨਾਸ਼ ਹੋਣਾ, ਨਿਖਿਓ ਜਿਹੜਾ ਨਾਸ਼ ਨਾ ਹੋਵੇ। ਅਖੈ ਖੈ ਹੁੰਦਾ ਨਾਸ਼, ਅਖੈ ਅਵਿਨਾਸ਼ੀ। ਉਹ ਕਹਿੰਦਾ ਫਿਰ ਕੀ ਹੁੰਦਾ, ਨਿਖਿਓ ਹੋਏ, ਉਹ ਅਵਿਨਾਸ਼ੀ ਹੋ ਜਾਂਦਾ, ਉਹ ਨਾਸ਼ ਨਹੀਂ ਹੁੰਦਾ ਹੈ। ਉਹਨੂੰ ਅਵਿਨਾਸ਼ੀ ਪਦਵੀ ਪ੍ਰਾਪਤ ਹੋ ਜਾਂਦੀ ਹੈ, ਉਹਦਾ ਜੰਮਣ ਮਰਨ ਖਤਮ ਹੋ ਜਾਂਦਾ, ਉਹਨੂੰ ਸਦੀਵੀ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ। ਕਿਉਂਕਿ ਉਹਨੇ ਖਸਮ ਨੂੰ ਜਾਣ ਲਿਆ ਹੈ ਅਤੇ ਆਪਣਾ ਆਨੰਦ 'ਚ ਰਹਿੰਦਾ ਹੈ। ਕਿਉਂਕਿ ਉਹਨਾਂ ਨੂੰ ਪਤਾ ਹੈ ਦੁਨੀਆ ਕੀਆਂ ਵਡਿਆਈਆਂ ਨਾਨਕ ਕਵਨ। ਅੱਜ ਜਿਹੜੇ ਲੋਕ ਤੁਹਾਡੀ ਵਡਿਆਈ ਕਰਦੇ, ਯਾਦ ਰੱਖੋ ਕੱਲ੍ਹ ਨੂੰ ਇਹੀ ਤੁਹਾਡੀ ਨਿੰਦਿਆ ਕਰ ਸਕਦੇ ਨੇ। ਇਹ ਮਤ ਸੋਚੋ ਕਿ ਮੇਰੀ ਵਡਿਆਈ ਸਦਾ ਹੀ ਇਹ ਲੋਕ ਕਰਦੇ ਰਹਿਣਗੇ। ਨੋ, ਜਦੋਂ ਵੀ ਉਹਨਾਂ ਦੀ ਮਰਜ਼ੀ ਅਨੁਸਾਰ ਮੈਂ ਕੋਈ ਕਰਮ ਨਾ ਕੀਤਾ, ਉਹਨਾਂ ਨੇ ਨਿੰਦਿਆ ਕਰ ਸ਼ੁਰੂ ਕਰ ਦੇਣੀ ਹੈ। ਫਿਰ ਆਪਣੇ ਪੀਸ ਆਫ ਮਾਈਂਡ ਖਰਾਬ ਕਰਨ। ਪਹਿਲਾਂ ਖੁਸ਼ ਹੋ ਕੇ ਫੁੱਲੇ ਰਹੇ ਵਿਆਹ ਹੈ, ਮਗਰੋਂ ਫਿਰ ਢਿੱਲੇ ਜਾਓਗੇ, ਫਿਰ ਫਾਇਦਾ ਕੀ। ਕੋਈ ਵਡਿਆਈ ਕਰੋ, ਕੋਈ ਨਿੰਦੋ, ਜੇ ਮਰਜ਼ੀ ਪੈ ਕਰੋ, ਉਹ ਆਪਣੀ ਧੁਨ ਦਾ ਪੱਕਾ ਹੁੰਦਾ, ਬਸ ਆਪਣਾ ਲਗਾ ਰਹਿੰਦਾ।
क्योंकि जिन्हों ने तरक्की करनी होंदी है वो फिर संसार का ख्याल नहीं करते, अपनी धुन दे पक्के होंदे ने, लुगे रहिंदे ने, जो मर्जी पे कही जाए। गग्गा गुर के बचन पछाना, गुरु दे बचन राही बाणी राही जिन्हें रब नूं पहचान लिया ना, दूजी बात न धरे काना कान में कन, वो दूजी बात कन्ना नाल सुनते ही नहीं है बस। क्यों? उन्होंने रब नूं जान लिया है बस, वो गल ही दूजी कर सुनते। रह बेहंगम कतै ना जाए, बेहंगम का निर्लेप हो जाना, मोह माया तो ऊपर उठ जाना, इनू कहते बेहंगम। वो तो कहते बेहंगम रहिंदा है, निर्लेप रहिंदा है, कतै ना जाए, किते नहीं उसदा मन जांदा। जो निर्लेप ही हो गया है, माया तो निर्लेप हो के ध्यान कित्थे जाना। अगै गह गह गगन रहाई, परमात्मा जो अगै है, जो पकड़िया नहीं, गह हुंदा पकड़ना, हिंदी का शब्द है गह पकड़ना, अगै जिन्हों फड़िया ना जा सके, गह उन्होंने फड़ लेना, गह फड़ के गगन रहाई, दसम द्वार च रहिंदा हो। वो परमात्मा जो अगै है, जो पकड़ तो रहत है, जिहड़ा उन्होंने फड़ लैंदा ना, उन्होंने फड़ के बस ਉਹਦੇ ਕੋਲ ही रहिंदा, दसम द्वार च रहिंदा। घग्गा घट कर निमस है सोई, घट शरीर नूं कहंदे, निमस दा वसना। परमात्मा हर एक शरीर दे विच वसदा है, जो भी परमात्मा ने बनाया है, चाहे पत्थर बनाया ਉਹਦੇ विच भी है, क्यों कहते कण कण में भगवान, पत्थर च भी है, इस थमले च भी है, उस इस कंध नाल तुसीं पिठ ला के उस च भी है। संत स्वामी जी राम जी वो कहते मैं एक दिन अपने लॉन च लेटिया होया सी घाह ते, एक पासे पासे परने, कहते मेरे घाह दे विच राम 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 सुनना शुरू हो गया। मैं बड़ा हैरान होया, मैं उठिया, मैं दूजे पासे लेट गया, दूजे कन जो राम 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 सुनना शुरू हो गया। मैं उठ खड़िया, मैं अपना हथ कर नाल लाया, हथ जो आ रहा है राम 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 राम, कह मैं एक दरख्त ने अपना कन लाया, वो च आ रहा है राम 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 राम, मैं कंध दे नाल कहते कन लाया, वो च आ रहा है राम 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 राम। अपने अंदरों ही फिर सुनना शुरू हो जाता, फिर ऐ लगता सारे च सुन रहा है, सारे च सुन रहा है। गुरमुख रोम रोम हर ध्यावे, गुरमुख बन गया सुन, हर एक चीज़ दे विच राम राम सुन रहा है। चौथे पातशाह कहते लोकां लई पंछी ची ची करते ने, ये तो कहते परमात्मा के गुण गा रहे, उसका नाम लै ना अमृत वेले उठ के। क्यों? उन्होंने वाहिगुरु वाहिगुरु सब पासे सुनता सी, उन्होंने ऐ सी पंछी भी वाहिगुरु वाहिगुरु कर रहे। जिमें पहला पिंडा च कप जी सी मशीन आटा चक्की, उत्ते घूगू लगा होंदा सी, करदा तुक 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 सी, उत्ते कह ले बापू 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 बापू, ऐ लगता बापू 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 कह रहे, वाहिगुरु वाहिगुरु वाहिगुरु, ऐ लगता वाहिगुरु वाहिगुरु कह रहे, उसे लगा लगता। जिमें घनौर जाके बस खड़ी, मैं अगे बैठा ड्राइवर को, वो सरकारी बस बंद नहीं सी, कहते बंद फिर धक्का ला, वो कहे किरर किरर, मैं क्या ड्राइवर साहब तुहाडी बस कहती है वाहिगुरु वाहिगुरु वाहिगुरु, कर रही सर जी, ये तो कहती कर कर कर। जो कुछ भी उस आवाज़ तो तुसीं सुनना चाहो, तुहानूं लगे यही कह रहे हो। इसलिए उन्हां च हर एक दे विच राम 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 सुनदा, उन्होंने राम राम सुनता, तुहानूं वाहिगुरु वाहिगुरु सुनेगा, बस इन्ना ही फर्क है। वही कंध जिस एक नूं राम राम सुन रहा है, दूसरे नूं उसदे विच वाहिगुरु 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 सुनदा है। सो तां वो पंछी जिहड़े चह चहा रहे हैं, आपां के बर्ड्स आर चर्पिंग। चौथे पातशाह कहते नहीं, ये तो तेरे गुण गा रहे, हल्ट है साढ़े लिए, टिक 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 कर रहा है, उन्होंने कुत्ता कहिंदे ने, वो जाके ऐ टक टक करदा। हाँ साढ़े लिए तो टक 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 है, तो भगतां लिए वाहिगुरु 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 कर रहा।
ਇੱਕ ਵਾਰ ਇੱਕ ਮਹਾਂਪੁਰਖ ਕਿਤੇ ਖੂਹ 'ਤੇ ਬੈਠ ਕੇ ਦਰਖਤ ਹੇਠਾਂ ਵਾਹਿਗੁਰੂ ਵਾਹਿਗੁਰੂ ਕਰਿਆ ਕਰਦੇ ਸੀ। ਉਸ ਨੇ ਸੋਚਿਆ ਬਈ ਮਹਾਂਪੁਰਖ ਡਿਸਟਰਬ ਹੁੰਦੇ ਨੇ, ਮੈਂ ਖੂਹ 'ਤੇ ਚਲਾਣੇ ਉਹ ਕੁੱਤੇ ਨੇ ਟਕ ਟਕ ਕਰਨੇ। ਕੁੱਤਾ ਆ ਡੌਗ ਨਹੀਂ ਭਾਵ ਜਿਹਨਾਂ ਕਦੇ ਹਲਟ ਵੇਖਿਆ ਉਹਨਾਂ ਨੂੰ ਪਤਾ। ਉਹਨੇ ਕੀ ਕੀਤਾ, ਉਹ ਕੁੱਤਾ ਹਟਾਤਾ ਵੀ ਖੜਕਾ ਨਾ ਹੋਵੇ। ਹੁਣ ਜਦੋਂ ਗਾਦੀ ਰੋਕਣੀ ਹੈ ਉਹ ਕੁੱਤੇ ਨੇ ਰੋਕਣੀ ਹੁੰਦੀ ਸੀ, ਉਹ ਵਿਚਾਰਾ ਆਪਣੇ ਪੱਟ ਲਾ ਕੇ ਨਾਲ ਬਲਦਾਂ ਥੋੜ੍ਹੇ ਸਾਹ ਆ ਜੇ। ਇੱਕ ਮਹਾਂਪੁਰਖਾਂ ਨੇ ਸੁਣਿਆ ਨਾ, ਉਹ ਆ ਗਏ ਕਹਿੰਦੇ ਭਾਈ ਅੱਜ ਤੇਰਾ ਕੁੱਤਾ ਨਹੀਂ ਬੋਲਦਾ, ਸਾਡੇ ਤਾਂ ਸਿਮਰਨ ਹੀ ਨਹੀਂ ਹੁੰਦਾ। ਤਾਂ ਉਹ ਟਕ ਟਕ ਅਸੀਂ ਕਹਿੰਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤਾਂ ਉਹਦੀ ਸਪੀਡ ਨਾ ਸੀ ਵਾਹਿਗੁਰੂ। ਕਹਿੰਦੇ ਭਾਈ ਚਲਾ ਦੇ। ਕਹਿੰਦਾ ਮੈਂ ਤਾਂ ਬੰਦ ਕਰਤਾ ਵੀ ਤੁਹਾਡਾ ਡਿਸਟਰਬ ਨਾ ਕਹਿੰਦੇ ਭਾਈ ਚਾਲੂ ਕਰ ਦਿਆ। ਪਸ਼ੂ ਨੂੰ ਔਖਾ ਹੁੰਦਾ ਹੈਗਾ। ਨਾਲੇ ਜਿਹੜਾ ਖੜਕਾ ਤੁਸੀਂ ਹਮੇਸ਼ਾ ਸੁਣਦੇ ਹੋ ਤੁਹਾਨੂੰ ਡਿਸਟਰਬ ਨਹੀਂ ਕਰੇਗਾ। ਡਿਸਟਰਬ ਅਸੀਂ ਕਦੋਂ ਹੁੰਦੇ ਹਾਂ, ਜਦੋਂ ਅਸੀਂ ਖਿੱਚ ਜੀਏ। ਹੁਣ ਮੰਨ ਲਓ ਇੱਥੇ ਕੋਈ ਫੰਕਸ਼ਨ ਹੈ, ਉਹਨਾਂ ਨੇ ਪਾਰਕ DJ ਲਾ ਰੱਖਿਆ, ਸਾਡੇ ਮੀਆਂ ਬੀਬੀ 'ਤੇ ਕੋਈ ਅਸਰ ਨਹੀਂ ਸੀ ਹੁੰਦਾ। ਅਸੀਂ ਆਪਣੇ 10 ਵਜੇ ਸੌਂ ਜਾਂਦੇ, ਆਪਣੇ ਲੱਗੇ ਰਹਿੰਦੇ ਸਨ। ਜੇ ਅਸੀਂ ਕਹੇ ਯਾਰ ਹਟਦੇ ਨਹੀਂ ਹੈਗੇ, ਸੌਣ ਨਹੀਂ ਦਿੰਦੇ, ਫਿਰ ਨਹੀਂ ਆਉਂਦੀ। ਜੇ ਤੁਸੀਂ ਖਿਜਣ ਲੱਗ ਜਾਓਗੇ ਫਿਰ ਤੁਹਾਡੀ ਨੀਂਦ ਨਹੀਂ ਆਵੇਗੀ। ਤੁਹਾਨੂੰ ਕਿਸੇ ਕਾਰਨ ਨੀਂਦ ਨਹੀਂ ਆ ਰਹੀ, ਤੁਸੀਂ ਖਿਜ ਗਏ ਹੋ, 2 ਵੱਜ ਗਏ ਨੇ, ਨੀਂਦ ਨਹੀਂ ਆਉਂਦੀ, ਸਗੋਂ ਨਹੀਂ ਆਵੇਗੀ। ਨਹੀਂ ਆਉਂਦੀ ਨਾ ਆਵੇ, ਦਫਾ ਆਵੇ, ਆਪਣਾ ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਮੈਨੂੰ ਕਈ ਵਾਰੀ 11, 11:30, 12, 1 ਆਉਂਦੀ ਨਹੀਂ ਨੀਂਦ। ਨਹੀਂ ਨਾ ਦਫਾ ਹੋ, ਜਦੋਂ ਉਦੋਂ ਸੌਂ ਲਾਂਗੇ, ਉਦੋਂ ਸੌਂ ਲਾਂਗੇ। ਪਰਸੋਂ ਮੈਨੂੰ 2 ਵਜੇ ਨੀਂਦ ਆਈ, 4 ਵਜੇ ਫਿਰ ਜਾਗ ਆ ਗਈ। ਮੈਂ ਹੁਣ ਕਿਆ ਕਰਾਂ ਬਈ, ਮੈਂ ਆਪਣੇ ਨਹਾ ਧੋ ਕੇ ਫਿਰ ਲੱਗੇ ਕਰਨ, ਮੈਂ ਚੱਜਰੇ ਸੌਂ ਲਾਂਗੇ। ਜਿੱਦੇ ਮੈਨੂੰ ਰਾਤ ਨੂੰ ਘੱਟ ਨੀਂਦ ਆਉਂਦੀ ਉਹਦੇ ਦਿਨੇ ਵੀ ਨੀਂਦ ਨਹੀਂ ਆਉਂਦੀ। ਜਿੱਦੇ ਮੈਂ ਰਾਤ ਨੂੰ 6 ਘੰਟੇ ਸੌਣਾ, ਦਿਨੇ ਵੀ ਸੌਣਾ। ਇਹ ਤਾਂ ਉਲਟਾ ਹੀ ਹੈ। ਸੋ ਖਿਜਣਾ ਨਹੀਂ ਹੈ। ਜਦੋਂ ਤੁਸੀਂ ਖਿਜੋਗੇ ਫਿਰ ਉਹ ਤੁਸੀਂ ਔਖੇ ਹੋਵੋਗੇ। ਜਿਹੜਾ ਨਿੰਦਿਆ ਤੋਂ ਖਿਜੇਗਾ ਔਖਾ ਹੋਵੇਗਾ। ਅਤੇ ਜਿਹਨੂੰ ਪਤਾ ਵੀ ਤਾਂ ਸੰਸਾਰ ਹੈ, ਕੋਈ ਵਡਿਆਈ ਕਰੇ ਕੋਈ ਨਿੰਦਿਆ ਕਰੇ ਤਾਂ ਸੰਸਾਰ ਹੈ। ਸਿਆਣੇ ਕਹਿੰਦੇ ਆਰੀ ਨੂੰ ਇੱਕ ਪਾਸੇ ਦਿੰਦੇ ਹੁੰਦੇ ਨੇ, ਸੰਸਾਰ ਨੂੰ ਦੋਨੋਂ ਪਾਸੇ ਹੁੰਦੇ ਨੇ। ਉਹਨਾਂ ਨੇ ਕਿਸੇ ਨੂੰ ਵੀ ਛੱਡਣਾ। ਸੋ ਆਪਣੀ ਧੁਨ ਦੇ ਪੱਕੇ ਰਹਿਣਾ। ਬਸ ਇਹ ਦੇਖਣਾ ਕਿ ਕੀ ਮੇਰਾ ਜੀਵਨ ਗੁਰਬਾਣੀ ਦੇ ਵਿਰੁੱਧ ਤਾਂ ਨਹੀਂ, ਕੀ ਜਿਹੜੀ ਉਹ ਮੇਰੀ ਨੁਕਤਾਚੀਨੀ ਕਰ ਰਿਹਾ ਸੱਚ ਤੇ ਨਹੀਂ। ਜੇ ਤੇ ਸੱਚ ਹੈ ਤਾਂ ਫਿਰ ਆਪਣੇ ਆਪ ਨੂੰ ਠੀਕ ਕਰ ਲੈਣਾ ਚਾਹੀਦਾ, ਕਿਉਂਕਿ ਨਿੰਦਿਆ ਨੇ ਸਾਨੂੰ ਜਿਹੜਾ ਹੈ ਸਹੀ ਕਰ ਦਿੱਤਾ ਹੈ। ਅਤੇ ਜੇ ਕੋਈ ਈਰਖਾ ਵਸ ਕਰੇ ਤਾਂ ਫਿਰ ਕਰਦੇ ਤਾਂ ਕਰੀ ਜਾਵੇ, ਫਿਰ ਆਪਣੇ ਲੱਗੇ ਰਹਿਣਾ ਹੁੰਦਾ। ਸੋ ਗੁਰੂ ਮਹਾਰਾਜ ਕਹਿੰਦੇ ਕੱਗਾ ਘਟ ਘਟ ਨਿਵਸੈ ਸੋਈ, ਹਰ ਸਰੀਰ ਦੇ ਵਿੱਚ ਪਰਮਾਤਮਾ ਵਸਦਾ ਹੈ। ਘਟ ਫੂਟੇ, ਦੂਜਾ ਘਟ ਪੜਨਾ ਘੱਗੇ ਤੇ ਅਧਿਕ ਨਾਲ। ਪਹਿਲਾ ਘਟ ਹੈ ਘੜਾ ਸਰੀਰ, ਦੂਜਾ ਘਟ ਹੈ, ਇੱਕ ਵੱਧ ਹੁੰਦਾ ਇੱਕ ਘੱਟ ਹੁੰਦਾ। ਆਹ ਜਦੋਂ ਸਰੀਰ ਰੂਪੀ ਘੜਾ ਫੁੱਟ ਜਾਂਦਾ ਹੈ ਤਾਂ ਪਰਮਾਤਮਾ ਘਟਦਾ ਨਹੀਂ ਹੈ, ਉਹ ਘੱਟ ਨਹੀਂ ਹੁੰਦਾ, ਉਹਦੀ ਹੋਂਦ ਘਟਦੀ ਨਹੀਂ, ਉਹ ਤਾਂ ਕਾਇਮ ਹੀ ਰਹਿੰਦਾ ਹੈ। ਘੜਾ ਤਾਂ ਟੁੱਟ ਗਿਆ, ਇਹ ਸਰੀਰ ਤਾਂ ਟੁੱਟ ਗਿਆ ਹੈ, ਡੈਥ ਹੋ ਗਈ ਹੈ, ਰੱਬ ਤਾਂ ਵਿੱਚ ਕਾਇਮ ਹੈ, ਉਹ ਤਾਂ ਵਿੱਚ ਕਾਇਮ ਹੈ, ਉਹ ਨਹੀਂ ਮਰਦਾ, ਉਹ ਨਹੀਂ ਟੁੱਟਦਾ। ਤਾ ਘਟ ਮਾਹੇ ਘਾਟ ਜੋ ਪਾਵਾ, ਤਾ ਘਟ ਉਸ ਸਰੀਰ ਦੇ ਵਿੱਚ ਘਾਟ ਹੁੰਦਾ। ਇੱਥੇ ਭਾਵੇਂ ਦਸਮ ਦੁਆਰ ਜਿੱਥੇ ਪਰਮਾਤਮਾ ਵਸਦਾ ਹੈ, ਉਸ ਸਰੀਰ ਦੇ ਵਿੱਚ ਜਦੋਂ ਘਾਟ ਪਰਮਾਤਮਾ ਜਿੱਥੇ ਵੱਧਦਾ ਉਹ ਥਾਂ ਪ੍ਰਾਪਤ ਹੋ ਜਾਂਦਾ ਨਾ। ਸੋ ਘਟ ਛਾੜ ਅਬ ਘਟ ਕਤ ਧਾਵਾ, ਉਸ ਘਾਟ ਨੂੰ ਛੱਡ ਕੇ ਫਿਰ ਕਿਸੇ ਹੋਰ ਘਾਟ 'ਤੇ ਨਹੀਂ ਜਾਂਦਾ। ਉਸ ਥਾਂ ਨੂੰ ਛੱਡ ਕੇ ਫਿਰ ਮਨ ਕਿਸੇ ਹੋਰ ਥਾਂ 'ਤੇ ਨਹੀਂ ਜਾਂਦਾ, ਕਿਉਂਕਿ ਇਹਨੂੰ ਅੰਦਰ ਪਰਮਾਤਮਾ ਦਾ ਥਾਂ ਲੱਭ ਗਿਆ। ਗੰਗਾ ਨਿਗ੍ਰਹਿ ਸਨੇਹ ਕਰ ਨਿਰਵਾਰੋ ਸੰਦੇਹ। ਨਿਗ੍ਰਹਿ ਹੁੰਦਾ ਇੰਦਰੀਆਂ 'ਤੇ ਕੰਟਰੋਲ ਕਰਨਾ। ਕੋਈ ਪ੍ਰਾਣਾਯਾਮ ਰਾਹੀਂ ਕਰਦਾ ਅਤੇ ਕੋਈ ਸਿਮਰਨ ਰਾਹੀਂ ਕਰਦਾ ਅਤੇ ਕੋਈ ਮਨ ਨੂੰ ਸਮਝਾ ਲੈਂਦਾ। ਮਨ ਜਿਹੜਾ ਸਮਝਣਾ ਇਹ ਜ਼ਰੂਰੀ ਹੈ, ਉਹਦੇ ਨਾਲ ਸਿਮਰਨ 'ਤੇ ਘੱਟ ਜ਼ੋਰ ਲੱਗੇਗਾ, ਕੰਟਰੋਲ 'ਤੇ ਹੋ ਜਾਏਗਾ। ਕੰਟਰੋਲ ਸਿਮਰਨ ਨਾਲ ਵੀ ਹੋ ਜਾਏਗਾ, ਪਰ ਜੇ ਆਪਾਂ ਆਪ ਹੀ ਯਤਨ ਕਰੀਏ ਫਿਰ ਛੇਤੀ ਹੋ ਜਾਏਗਾ। ਇੱਕ ਵਾਰੀ ਮੈਂ ਗਲਾਸ ਲਵੇੜ ਲਿਆ ਅੰਦਰੋਂ ਮਿੱਟੀ ਨਾਲ ਘਾਰੇ ਨਾਲ, ਉਹਨੂੰ ਟੂਟੀ ਹੇਠਾਂ ਰੱਖਤਾ, ਟੂਟੀ ਫੁੱਲ ਖੋਲ੍ਹਤੀ,
ਠੀਕ ਹੈ। ਹੌਲੀ ਹੌਲੀ ਪਹਿਲਾਂ ਸਾਰਾ ਗਾਰਾ ਨਿਕਲ ਗਿਆ, ਫਿਰ ਹੌਲੀ ਹੌਲੀ ਅੰਦਰ ਉਹ ਸਾਫ਼ ਹੋ ਗਿਆ। ਉਸ ਤੋਂ ਬਾਅਦ ਮੈਂ ਟੂਟੀ ਬੰਦ ਕਰਦੀ, ਉਹਨੂੰ ਥੋੜ੍ਹੇ ਸਵਾਰ ਨਾਲ ਆਪਣੇ ਹੱਥ ਨਾਲ ਮਾਂਜਿਆ, ਟੂਟੀ ਚਲਾਤੀ, ਹੱਥ ਨਾਲ ਸਾਫ਼ ਕਰਨਾ ਸ਼ੁਰੂ ਕਰਤਾ, ਉਹ ਛੇਤੀ ਸਾਫ਼ ਹੋ ਗਿਆ। ਅਗਰ ਤੁਸੀਂ ਇਕੱਲਾ ਸਿਮਰਨ ਕਰਦੇ ਰਹੋਗੇ ਸਾਫ਼ ਤੇ ਮਨ ਹੋ ਜਾਏਗਾ, ਪਰ ਟਾਈਮ ਲੱਗੂ। ਜੇ ਤੁਸੀਂ ਆਪ ਵੀ ਕੋਸ਼ਿਸ਼ ਕਰੋ ਨਾਲ ਕਿ ਮੈਂ ਬੁਰਾ ਕੰਮ ਅੱਗੇ ਤੋਂ ਨਾ ਕਰਾਂ, ਤੇ ਫਿਰ ਉਹ ਕਰਦੇ, ਫਿਰ ਛੇਤੀ ਹੋ ਜਾਏਗਾ ਸਾਫ਼। ਸਾਫ਼ ਦੋਨੋਂ ਤਰੀਕੇ ਨਾਲ ਹੀ ਹੋ ਜਾਏਗਾ। ਉਸ ਤਰ੍ਹਾਂ ਦੇਰ ਲੱਗੇ, ਮੈਂ ਤਜਰਬਾ ਕਰਕੇ ਤਾਂ ਮੈਂ ਤੁਹਾਨੂੰ ਸਮਝਿਆ ਕਿ ਸਿਮਰਨ ਵੀ ਸਾਡੇ ਮਨ ਨੂੰ ਪਵਿੱਤਰ ਕਰ ਦੇਵੇਗਾ, ਪਰ ਟਾਈਮ ਲੱਗੇਗਾ। ਅਤੇ ਜੇ ਅਸੀਂ ਆਪ ਵੀ ਨਾਲ ਕੋਸ਼ਿਸ਼ ਕਰੀਏ ਫਿਰ ਟਾਈਮ ਘੱਟ ਲੱਗੇਗਾ ਜੀ। ਇਸ ਲਈ ਕਹਿੰਦੇ ਗੰਗਾ ਨੇ ਗ੍ਰਹਿ ਸਨੇਹ ਕਰ ਨਿਰਵਾਰੋ ਸੰਦੇ। ਆਪਣੀਆਂ ਇੰਦਰੀਆਂ ਨੂੰ ਕੰਟਰੋਲ ਕਰਕੇ ਰੱਬ ਨੂੰ ਪਿਆਰ ਕਰੋ। ਸਨੇਹ ਪਿਆਰ ਨੂੰ ਕਹਿੰਦੇ, ਇਹਨੂੰ ਸਨੇਹੋ ਨਹੀਂ ਪੜਨਾ। ਹਾਹੇ ਨੂੰ ਔਂਕੜ ਸਿਰਫ ਅਤੇ ਸਿਰਫ ਉਦੋਂ ਬੋਲਿਆ ਜਾਂਦਾ ਜਦੋਂ ਸ਼ਬਦ ਕਿਰਿਆ ਹੋਵੇ, ਜਾਂ ਇਹ ਸਨੇਹ ਅਖੀਰ 'ਤੇ ਹੁੰਦਾ। ਕਈ ਵਾਰੀ ਤੁਕਾਂਤ ਮਿਲਾਉਣ ਲਈ ਵੀ ਔਂਕੜ ਬੋਲੀਦਾ, ਨਹੀਂ ਤਾਂ ਉਹਦੀ ਕੋਈ ਲੋੜ ਨਹੀਂ, ਨਾਊਨ ਹੈ। ਜੇ ਕਿਰਿਆ ਹੁੰਦੀ ਲੈ ਹੋ ਆਵੋ ਜਾਵੋ, ਫਿਰ ਆਪਾਂ ਨੇ ਔਂਕੜ ਬੋਲਣਾ ਸੀ। ਸਿਰਫ ਕਿਰਿਆ ਦੇ ਨਾਲ ਹਾਹੇ ਦਾ ਔਂਕੜ ਅਤੇ ਸਿਹਾਰੀ ਬੋਲੀ ਜਾਂਦੀ, ਬਾਕੀ ਨਾਲ ਨਹੀਂ ਬੋਲੀ ਜਾਂਦੀ। ਇਸ ਲਈ ਸਨੇਹ ਜਿਵੇਂ ਰਾਹ ਰਾਹੋ ਨਹੀਂ, ਰਾਹ ਬੇਪਰਵਾਹੋ ਨਹੀਂ ਬੇਪਰਵਾਹ, ਵਿਸਾਹੋ ਨਹੀਂ ਵਿਸਾਹ, ਇਸ ਤਰ੍ਹਾਂ ਪੜ੍ਹਨਾ ਚਾਹੀਦਾ। ਉਹ ਪਰ ਚੱਲ ਪਿਆ। ਹੁਣ ਜੇ ਤੁਸੀਂ ਕਰ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜੇ ਤੁਸੀਂ ਬੋਲੋ ਉਹ ਆਪ ਹੀ ਬੋਲੀ ਸ਼ਾਹ ਸ਼ਾਹੋ, ਫਿਰ ਤੁਸੀਂ ਕੀ ਕਰੋਗੇ ਉੱਥੇ? ਤੁਹਾਡਾ ਤਾਂ ਸੁਣਿਆ ਹੀ ਨਹੀਂ ਉਹਨਾਂ ਨੇ। ਤੁਸੀਂ ਬੋਲਿਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾ। ਤੁਸੀਂ ਇਹ ਕਹਿ ਦੇਣਾ, ਉਹਨੇ ਕਹਿਣਾ ਸ਼ਾਹੋ ਸ਼ਾਹੋ ਵਿਸਾਹੋ, ਪਬਲਿਕ ਨੇ ਆਪ ਹੀ ਬੋਲ ਦੇਣਾ, ਹੁਣ ਆਪ ਹੀ ਬੋਲ ਦੇਣਾ, ਕਿਉਂ? ਪੱਕ ਗਿਆ, ਪੱਕ ਗਿਆ। ਅਤੇ ਕੋਈ ਵੀ ਆਦਤ ਜਾਂ ਕੋਈ ਗੱਲ ਮਨ 'ਚ ਪੱਕ ਜੇ, ਉਹਨੂੰ ਬਦਲਣਾ ਬਹੁਤ ਔਖਾ ਹੁੰਦਾ। ਨਵੀਂ ਜਿਹੜੀ ਆਦਤ ਪਾਉਣਾ ਆਸਾਨ ਹੁੰਦਾ, ਪਹਿਲੀ ਆਦਤ ਨੂੰ ਬਦਲਣਾ ਬਹੁਤ ਮੁਸ਼ਕਿਲ ਹੁੰਦਾ। ਤੁਸੀਂ ਸ਼ਰਾਬ ਨਹੀਂ ਪੀਤੀ, ਸ਼ਰਾਬ ਤੋਂ ਬਚ ਕੇ ਰਹਿਣਾ ਤੁਹਾਡੇ ਲਈ ਸੁੱਖ ਹੈ। ਇੱਕ ਵਾਰੀ ਪੀਣ ਲੱਗ ਗਏ ਫਿਰ ਬੜਾ ਔਖਾ ਹੁੰਦਾ। ਕੋਈ ਵੀ ਇੱਕ ਵਾਰੀ ਆਦਤ ਪੈ ਜੇ ਉਹਨੂੰ ਛੱਡਣਾ ਔਖਾ ਹੁੰਦਾ। ਪਰ ਜੇ ਬੰਦਾ ਆ ਹੀ ਜਾਏ ਆਪਣੇ ਮਨ ਦੇ ਵਿੱਚ ਛੱਡਣਾ ਹੀ ਛੱਡਣਾ, ਫਿਰ ਕੁਛ ਵੀ ਔਖਾ ਨਹੀਂ ਹੁੰਦਾ। ਦ੍ਰਿੜਤਾ ਚਾਹੀਦੀ ਹੁੰਦੀ। ਜਿਵੇਂ ਕਈ ਮੈਨੂੰ ਕਹਿੰਦੇ ਜੀ ਉਹ ਫਾਰਸੀ ਦੀ ਤੁਸੀਂ ਛਪਾ ਦਿਓ ਜੀ। ਮੈਂ ਕਿਉਂ? ਪਹਿਲੀ ਤੁਸੀਂ ਮੇਰੀ ਪੜ੍ਹ ਲਈ, ਜਿਹੜੀ ਮੈਂ ਪਹਿਲੀ ਲਿਖੀ 2 ਸਾਲ ਦਿਨ ਰਾਤ ਲਾ ਕੇ ਸੱਚੋ ਸੱਚ ਦੱਸੋ, ਕੀ ਤੁਸੀਂ ਉਹਦੇ ਅਨੁਸਾਰ ਕਿਸੇ ਨੇ ਸਹਿਜ ਪੜ੍ਹ ਕਰ ਲਿਆ? ਕੀ ਕਹਿੰਦੇ 2-3 ਨੇ ਕੀਤਾ ਹੋਵੇ ਇੰਨੀ ਸੰਗਤ ਪਿੱਛੇ, ਫਿਰ ਫਾਇਦਾ ਕੀ ਐਵੇਂ ਪੈਸੇ ਲਾਉਣ ਦਾ? ਮੈਂ ਜਿਹੜੇ ਲਾਤੇ ਮੈਂ ਲਾਤੇ, ਹੁਣ ਨਹੀਂ ਮੈਂ ਕਿਤਾਬ ਛਾਪਦਾ ਕੋਈ। ਜੇ ਤੁਸੀਂ ਪੜ੍ਹਨੀ ਨਹੀਂ, ਵਾਧੂ ਦੇ ਆਪਾਂ ਆਪਣਾ ਆਰਾਮ ਨਾਲ ਵਾਹਿਗੁਰੂ ਕਰਦੇ ਲੇਟੇ ਰਹੀਦਾ। ਪਹਿਲਾਂ ਮੈਂ 8-8 10-10 ਘੰਟੇ ਲੱਗਾ ਰਹਿੰਦਾ ਹੁੰਦਾ ਸੀ। ਉਹਦਾ ਨਤੀਜਾ ਕਿਤਾਬ ਤਾਂ ਮੇਰੀ ਪੂਰੀ ਹੋ ਗਈ, ਪਰ ਮੈਨੂੰ ਭੁੱਖ ਲੱਗਣੋਂ ਹਟ ਗਈ। ਕਿੰਨਾ ਸਾਲ 1.5 ਸਾਲ ਔਖਾ ਰਿਹਾ, ਹੁਣ ਜਾ ਕੇ ਫਿਰ ਤੋਂ ਭੁੱਖ ਲੱਗਣੀ ਥੋੜ੍ਹੀ ਸ਼ੁਰੂ ਹੋਈ ਹੈ। ਕਿਉਂਕਿ ਮੈਨੂੰ ਇਹ ਸੀ ਮੇਰੀ 31 ਦਸੰਬਰ ਨੂੰ ਡੈਥ ਹੋ ਜਾਣੀ ਪਿਛਲੇ ਸਾਲ, ਇਸ ਲਈ ਮੈਨੂੰ ਇਹ ਸੀ ਮੈਂ ਛੇਤੀ ਤੋਂ ਛੇਤੀ, ਮੈਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਹਿਤਾ ਸੀ ਬਈ ਜੋ ਤੁਸੀਂ ਬਣਾਉਣਾ ਫਟਾਫਟ ਬਣਾ ਲਓ। ਮੈਂ ਇਹਨਾਂ ਨੂੰ ਨਹੀਂ ਕਿਹਾ ਮੇਰੀ ਡੈਥ ਹੋ ਜਾਣੀ, ਮੈਂ ਕਿਹਾ 31 ਦਸੰਬਰ ਤੋਂ ਪਹਿਲਾਂ ਜੋ ਤੁਸੀਂ ਕਰਨਾ ਕਰ ਲਓ। ਸਿਸਟਰ ਸਭ ਜਦੋਂ ਮੈਂ ਆ ਗਿਆ ਉੱਥੋਂ, ਸਿਸਟਰ ਸਭ ਕਹਿੰਦੇ ਆਏ ਘਰ ਦੇ ਜੀਆਂ ਨੂੰ ਵੀ ਬਾਬਾ ਸਾਰੇ ਬਾਬਾ ਜੀ ਕਹਿੰਦੇ ਵੀਰ ਜੀ ਤੁਹਾਨੂੰ ਕਹਿੰਦੇ ਵੀ ਬਾਬਾ ਜੀ ਇਹ ਕਿਉਂ ਕਹਿ ਗਏ ਨੇ 31 ਦਸੰਬਰ ਤੋਂ ਪਹਿਲਾਂ ਆਪਣਾ ਘਰ ਪੂਰਾ ਕਰ ਲਓ। ਉਹ ਦੂਜੇ ਕਹਿੰਦੇ ਉਹਨਾਂ ਦਾ ਆਪਣਾ ਮੂਡ ਹੈ। ਉਹ ਤਾਂ ਬੀਬੀ ਮੇਰਾ ਵਧਾਵਾ ਉਮਰ ਵਧਵਾ ਲਈ, ਨਹੀਂ ਤਾਂ ਮੇਰੇ ਤਾਂ 31 ਦਸੰਬਰ ਨੂੰ ਹੋ ਗਈ ਸੀ ਪੂਰੀ ਉਮਰ। ਉਹ ਤਾਂ ਬੀਬੀ ਕਹਿੰਦੀ ਮੈਂ ਕੋ ਦੇਖਦੀ ਹਾਂ ਜੀ 10ਵੇਂ ਪਾਤਸ਼ਾਹ ਮੰਨ, ਮੈਂ ਤੇਰੀ ਮਰਜ਼ੀ ਹੈ, ਮੈਂ ਤਾਂ ਆਪਣਾ ਕੰਮ ਨਿਬੇੜਤਾ। ਅਖੀਰਲੇ ਮੇਰਾ ਸੀ ਵੀ ਪਹਿਲੀ ਵਸੀਅਤ ਚੜਾ ਕੇ ਮੈਂ ਦੂਜੀ ਕਰਨੀ, ਕਿ ਪਹਿਲਾਂ ਸਾਡੀ ਸਾਂਝੀ ਸੀ, ਉਹ ਮੈਂ ਖਰਬੰਦਾ ਸਾਹਿਬ ਮੇਰੇ ਨਾਲ ਸਨ। 23 ਦਸੰਬਰ ਨੂੰ ਆਖਰੀ ਕੰਮ ਸੀ ਜਿਹੜਾ ਮੈਂ ਨਿਬੇੜਦਾ। ਮੈਂ ਖਰਬੰਦਾ ਸਾਹਿਬ ਨੂੰ ਕਿਹਾ ਹੁਣ ਆਪਣੀ ਤਿਆਰੀ ਹੈ ਜੀ, ਜਦੋਂ ਮਰਜ਼ੀ ਸੁਨੇਹਾ ਆ ਜੇ।
ਜੋ ਮੈਂ ਕਰਨਾ ਸੀ, ਜਿੰਨੇ ਕੰਮ ਕਰਨੇ 6-7 ਉਹ ਮੈਂ ਸਾਰੇ ਕਰਤੇ ਹਨ। ਵੀ ਅਸੀਂ ਜਦੋਂ ਮਰਜ਼ੀ ਸੁਨੇਹਾ ਆ ਜੇ, ਹੁਣ ਨਹੀਂ ਆਪਾਂ ਨੂੰ ਕੋਈ ਫਿਕਰ, ਹੁਣ ਮੇਰਾ ਧਿਆਨ ਮਗਰ ਨਹੀਂ ਕਿਤੇ ਜਾਣਾ ਵੀ ਮੇਰਾ ਆਹ ਕੋਈ ਕੰਮ ਰਹਿ ਗਿਆ ਹੈ। ਨਹੀਂ ਤਾਂ ਮੇਰੇ ਇਹ ਖਤਰਾ ਸੀ ਨਾ ਵੀ ਜੇ ਕੋਈ ਰਹਿ ਗਿਆ ਤਾਂ ਕਿਤੇ ਮਰਨ ਵੇਲੇ ਧਿਆਨ ਹੀ ਨਾ ਮਗਰ ਚਲਿਆ ਜਾਵੇ, ਫਿਰ ਉਹੀ ਸਿਆਪਾ ਰਹਿਣਾ। ਫਿਰ ਮੁੜ ਕੇ ਫਿਰ ਆ ਕੇ ਕਥਾ ਕਰ ਹੋਈ। ਸੋ ਗੁਰੂ ਮਹਾਰਾਜ ਕਹਿੰਦੇ ਇੰਦਰੀਆਂ ਨੂੰ ਕੰਟਰੋਲ ਕਰੋ, ਸਨੇਹ ਕਰ, ਰੱਬ ਨੂੰ ਪਿਆਰ ਕਰੋ, ਨਿਰਵਾਰੋ ਸੰਦੇਹ। ਜਿਹੜਾ ਤੁਹਾਨੂੰ ਕੋਈ ਡਾਊਟ ਹੈ, ਕੋਈ ਸ਼ੰਕਾ ਹੈ, ਉਹਨੂੰ ਦੂਰ ਕਰੋ। ਸ਼ੰਕਾ ਨਹੀਂ ਕਹਿੰਦੇ ਮਨ 'ਚ ਰੱਖਣਾ, ਕਿਉਂਕਿ ਜੇ ਸ਼ੰਕਾ ਹੋਵੇ ਨਾ ਸਾਡੀ ਗੱਡੀ ਸਿਰੇ ਨਹੀਂ ਲੱਗ ਸਕਦੀ। ਮੰਨ ਲਓ ਇੱਕ ਬੱਚਾ ਇਮਤਿਹਾਨ ਦੇਣ ਜਾ ਰਿਹਾ, ਉਹ ਕਹਿੰਦਾ ਪਤਾ ਨਹੀਂ ਮੈਂ ਪਾਸ ਹੋਵਾਂਗਾ ਕਿ ਨਹੀਂ, ਉਹਦਾ ਪਾਸ ਹੋਣਾ ਮੁਸ਼ਕਿਲ ਹੈ। ਮੁਸ਼ਕਿਲ ਕਿਉਂ? ਉਹਨੂੰ ਵਿਸ਼ਵਾਸ ਹੀ ਨਹੀਂ ਹੈਗਾ ਵੀ ਪਤਾ ਨਹੀਂ ਮੈਂ ਪਾਸ ਹੋਵਾਂਗਾ ਕਿ ਨਹੀਂ। ਵਿਸ਼ਵਾਸ ਨਹੀਂ, ਉਹ ਇਸ ਲਈ ਚੱਜ ਦਾ ਪੇਪਰ ਹੀ ਨਹੀਂ ਕਰ ਸਕੇਗਾ। ਵਿਸ਼ਵਾਸ ਨਾ ਜਾਣੇ ਵੀ ਮੈਂ ਮਿਹਨਤ ਕੀਤੀ ਹੈ, ਪਾਸ ਹੋਵਾਂਗਾ। ਜਦੋਂ ਮੈਂ 10ਵੀਂ ਕਰ ਲਈ, 10ਵੀਂ ਤੋਂ ਬਾਅਦ ਮੈਂ 2 ਸਾਲ ਦੀ JBT ਕਰ ਲਈ, ਗਿਆਨੀ ਵੀ ਵਿੱਚ ਹੀ ਕਰ ਲਈ, JBT ਦੇ ਵਿੱਚ ਹੀ ਗਿਆਨੀ ਵੀ ਕਰ ਲਈ, ਦੋਨੋਂ ਨਿਬੇੜ ਤੇ। 31 ਜੁਲਾਈ ਨੂੰ ਮੇਰਾ JBT ਦਾ ਰਿਜ਼ਲਟ ਹੈ, 1 ਅਗਸਤ ਨੂੰ ਮੇਰਾ ਗਿਆਨੀ ਦਾ ਹੈ, 2 ਅਗਸਤ ਨੂੰ ਮੈਂ ਟੀਚਰ ਲੱਗਿਆ। ਸਰਟੀਫਿਕੇਟ ਮੇਰੇ ਕੋਲ ਕੋਈ ਨਹੀਂ। ਜਿਹੜੇ ਲਿਫਾਫੇ ਸਨ ਉਹ ਖਾਲੀ ਲਿਫਾਫੇ ਮੇਰੇ ਕੋਲ, ਜਿਸ 'ਚ ਰੋਲ ਨੰਬਰ ਆਇਆ ਸੀ। ਦੂਜਾ ਮੇਰੇ ਕੋਲ ਦੋਨੋਂ ਟ੍ਰਿਬਿਊਨ ਸਨ, ਜਿਸ 'ਚ ਰਿਜ਼ਲਟ ਆਇਆ ਸੀ। ਮੈਂ ਦੋਨੋਂ ਅਖਬਾਰਾਂ ਅਤੇ ਉਹ ਰੋਲ ਨੰਬਰ ਵਾਲੇ ਲਿਫਾਫੇ ਲੈ ਕੇ ਇੰਟਰਵਿਊ 'ਚ ਬਹਿ ਗਿਆ। ਉਹਨਾਂ ਨੇ ਕਿਹਾ ਹਾਂਜੀ ਲਿਆ ਸਰਟੀਫਿਕੇਟ ਲਿਆ। ਮੇਰੇ ਕੋਲ ਮੈਂ ਆਹ ਗੱਲ ਹੋਈ ਮੇਰੇ ਨਾਲ, ਆਹ ਦੇਖੋ ਮੇਰਾ ਲਿਫਾਫੇ ਮੇਰਾ ਨਾਮ ਲਿਖਿਆ, ਰੋਲ ਨੰਬਰ ਲਿਖਿਆ, ਆਹ ਦੇਖੋ ਅਖਬਾਰ 'ਚ ਮੇਰਾ ਰਿਜ਼ਲਟ ਆਇਆ, ਆਹ ਦੂਜਾ ਵੇਖ ਲਓ, ਆ ਗਿਆ। ਕਹਿੰਦੇ ਠੀਕ ਹੈ, ਤੁਹਾਨੂੰ ਅੱਜ ਤੋਂ ਹੀ ਜਿਹੜਾ ਹੈ ਪਾਰਟ ਕੀਤਾ ਜਾਂਦਾ ਹੈ, ਪਰ ਤੁਹਾਨੂੰ ਜਿਹੜਾ ਉਹਨਾਂ ਚਿਰ ਐਡਹੌਕ 'ਤੇ ਰੱਖਿਆ ਜਾਏਗਾ ਜਿੰਨਾ ਚਿਰ ਤੁਸੀਂ ਸਾਨੂੰ ਸਰਟੀਫਿਕੇਟ ਨਹੀਂ ਵਿਖਾਉਂਦੇ। ਮੈਂ ਉਹ ਤਾਂ ਠੀਕ ਹੈ ਜੀ, ਉਹ ਤਾਂ ਮੈਂ ਜੋ ਮੈਂ ਵਿਖਾਤਾ ਫਿਰ ਉਹਨੂੰ ਪੱਕਿਆ ਕਰਦਾ। ਤਾਂ ਜਦ ਮੈਂ ਲੱਗ ਗਿਆ ਟੀਚਰ, ਹੁਣ ਮੈਂ ਅੱਗੇ ਪੜ੍ਹਨਾ ਸੀ। ਮੈਂ ਦਿਲ ਸੋਚਿਆ ਵੀ ਜੈਮਲ ਸਿਆਂ, ਜੇ ਤੂੰ 10ਵੀਂ ਕਰ ਸਕਦੇ ਬਿਨਾਂ ਕਿਸੇ ਟਿਊਸ਼ਨ ਦੇ, ਤਾਂ ਤੂੰ ਫਿਰ ਬਿਨਾਂ ਟਿਊਸ਼ਨ ਦੇ 11ਵੀਂ ਵੀ ਕਰ ਸਕਦਾ ਹੈ। ਕਿਉਂਕਿ ਮੈਂ ਪਹਿਲੀ ਤੋਂ ਲੈ ਕੇ 10ਵੀਂ ਕੋਈ ਟਿਊਸ਼ਨ ਨਹੀਂ ਰੱਖੀ, ਸਰਕਾਰੀ ਸਕੂਲ 'ਚ ਪੜ੍ਹਿਆ ਹੋਇਆ। ਮੈਨੂੰ ਇਹਨਾਂ ਵਿਸ਼ਵਾਸ ਸੀ ਕਿ ਜੇ ਤੂੰ 10ਵੀਂ ਪਾਸ ਕਰਦੇ ਤੂੰ 11ਵੀਂ ਵੀ ਕਰ ਲਏਗਾ। ਮੈਂ ਜਿਹੜਾ ਲੈਕਚਰਰ ਸੀ ਇੰਗਲਿਸ਼ ਦਾ, ਉਸ ਤੋਂ ਮੈਂ ਫਾਰਮ ਭਰਵਾਤਾ। ਉਹ ਮੈਨੂੰ ਕਹਿੰਦਾ ਕਿੰਨਾ ਪੜ੍ਹਨ ਦੀ ਸਲਾਹ ਹੈ? ਮੈਂ MA, ਉਦੋਂ 16 ਜਮਾਤਾਂ ਹੁੰਦੀਆਂ MA। ਕਹਿੰਦਾ ਫਿਰ ਤਾਂ 6 ਸਾਲ ਲੱਗਣਗੇ। ਮੈਂ ਤਾਂ ਲੱਗਣੇ ਹੀ ਲੱਗਣੇ ਨੇ, ਜੋ 6 ਜਮਾਤਾਂ 6 ਸਾਲ ਹੀ ਲੱਗੂ। ਮੈਂ ਕਿਉਂ, ਤੁਹਾਨੂੰ ਵੱਧ ਲੱਗੇ? ਮੈਨੂੰ ਡਾਊਟ ਹੋ ਗਿਆ ਵੀ ਜਿਹੜਾ ਐਂ ਕਹਿੰਦਾ। ਹਾਂ ਕਹਿੰਦਾ ਮੈਨੂੰ ਤਾਂ 7 ਸਾਲ ਲੱਗੇ। ਮੈਂ ਸੁਣ ਮੇਰੀ ਗੱਲ, ਮੈਂ ਤੈਨੂੰ ਵਿਸ਼ਵਾਸ ਦਿਲਾਉਣਾ, ਮੈਂ 6 ਸਾਲਾਂ 'ਚ ਹੀ ਕਰ ਲਵਾਂਗਾ। ਉਹੀ ਗੱਲ ਮੈਨੂੰ ਲੱਗ ਗਿਆ। ਜਦੋਂ ਮੈਂ 11ਵੀਂ ਦੇ ਵਿੱਚੋਂ ਵਧੀਆ ਨੰਬਰਾਂ ਨਾਲ ਪਾਸ ਹੋ ਗਿਆ, ਬਸ ਫਿਰ ਹੌਸਲਾ ਹੋ ਗਿਆ। ਮੈਂ ਫਿਰ ਕਿਹਾ ਜੇ ਤੂੰ 11ਵੀਂ ਕਰ ਗਿਆ, 12ਵੀਂ ਵੀ ਕਰ ਲੇਗਾ। ਜੋ 12ਵੀਂ ਕੇ ਬਾਅਦ ਤੂੰ 13ਵੀਂ ਵੀ ਕਰ ਲੇਗਾ, 13ਵੀਂ 14ਵੀਂ ਵੀ ਕਰ ਲੇਗਾ। ਇੱਕ MA ਕਰ ਲਈ, ਮੈਂ ਜਿੱਤੇ ਇੱਕ MA ਕਰ ਲਈ, ਦੂਜੀ ਵੀ ਕਰ ਲੇਗਾ, ਦੂਜੀ ਕਰ ਲਈ, ਤੂੰ ਤੀਜੀ ਵੀ ਕਰ ਲੇਗਾ। ਲੱਗਾ ਰਿਹਾ ਮੈਂ ਤੂੰ ਤਾਂ ਹੌਸਲਾ ਛੱਡ ਕੇ ਬਹਿ ਜਾਣੇ। ਜੇ ਤੁਸੀਂ ਆਪਣੇ ਆਪ ਵਾਕਈ +2 ਕੀਤੀ, ਜੇ ਤੁਸੀਂ ਨਕਲ ਮਾਰ ਕੇ ਕੀਤੀ, ਫਿਰ ਤਾਂ ਗੱਲ ਖਤਮ ਹੋ ਗਈ। ਫਿਰ ਤੁਸੀਂ ਆਪਣੇ ਆਪ ਨਹੀਂ ਪੜ੍ਹ ਸਕਦੇ। ਅਤੇ ਜੇ ਤੁਸੀਂ ਮਿਹਨਤ ਕਰਕੇ +2 ਕਰਕੇ ਫਿਰ ਅੱਗੇ BA ਵੀ ਪੜ੍ਹ ਲਓ, ਛੱਡਦੇ ਕਿਉਂ? ਲੱਗੇ ਰਹੋ, ਲੱਗੇ ਰਹੋ, ਦੀ ਗੱਲ ਹੈ। ਮੈਂ ਤੁਸੀਂ ਹੌਸਲਾ ਛੱਡ ਬੈਨੇ ਹੋ, ਬਸ ਇਸ ਲਈ ਫਿਰ ਗੱਲ ਨਹੀਂ ਬਣਦੀ ਹੈਗੀ। ਭਜਨ ਬੰਦਗੀ ਤਾਂ ਹੈ ਹੀ ਹੌਸਲੇ ਵਾਲੇ ਦਾ ਕੰਮ। ਜਿਹੜਾ ਕਾਹਲਾ ਪਏਗਾ ਉਹਦੇ ਲਈ ਭਜਨ ਬੰਦਗੀ ਨਹੀਂ ਹੈ। ਉਹ ਜਿਵੇਂ ਉਹ 70 ਸਾਲ ਹੋ ਗਏ ਸਨ, ਉਹਨੂੰ ਭਜਨ ਬੰਦਗੀ ਕਰਦਿਆਂ ਅਤੇ ਉਹਨੇ ਆਪਣੀ ਟਿੰਡ ਫੋੜੀ ਸੁੱਟਤੀ। ਕਹਿੰਦਾ ਅਜੇ ਇੰਨੇ ਸਾਲ ਹੋਰ ਲੱਗਣਗੇ। ਤਾਂ ਮੈਂ ਵਾਰੀ ਸੰਗਤ ਨੂੰ ਕਹਿਣਾ, ਮਰਨ ਤੱਕ ਲੱਗੇ ਰਹਿਣਾ। ਕੀ ਪਤਾ ਅਖੀਰਲੇ ਦਮ ਸਾਡੇ ਮੂੰਹੋਂ ਵਾਹਿਗੁਰੂ ਨਿਕਲ ਜਾਏ ਅਤੇ ਚਲੋ ਜੀ ਸਾਡਾ ਪਾਰ ਉਤਾਰਾ ਹੋ ਜਾਏਗਾ। ਹੌਸਲਾ ਨਹੀਂ ਛੱਡਣਾ, ਲੱਗੇ ਰਹਿਣਾ, ਲੱਗੇ ਰਹਿਣਾ, ਲੱਗੇ ਰਹਿਣਾ। ਨਾਲ ਮਨ 'ਚ ਕਹਿਣਾ ਜੇ ਉਹਨਾਂ ਨੂੰ ਰੱਬ ਮਿਲ ਗਿਆ, ਮੈਂ ਰੱਬ ਦੇ ਕੋਈ ਮਾਂ ਮਾਰੇ ਨੇ, ਮੈਨੂੰ ਵੀ ਮਿਲ ਜਾਏਗਾ। ਕਹਾਵਤ ਪਿੰਡਾਂ ਦੀ, ਮੈਂ ਉਹਦੇ ਮਾਂ ਮਾਰੇ ਨੇ ਵੀ ਮੈਂ ਕਿਹੜਾ ਰੱਬ ਨੂੰ ਕੁਛ ਕਿਹਾ ਹੈ। ਜੇ ਉਹ ਲੱਗੇ ਰਹੇ ਉਹਨੂੰ ਮਿਲ ਗਿਆ, ਮੈਨੂੰ ਵੀ ਮੇਰੇ 'ਤੇ ਵੀ ਕਿਰਪਾ ਕਰ ਦੇਗਾ। ਆਸ਼ਾਵਾਦੀ ਰਹਿਣਾ ਚਾਹੀਦਾ ਜ਼ਿੰਦਗੀ 'ਚ। ਹੋਪਫੁਲ, ਹੋਪ ਸਸਟੇਨਸ ਲਾਈਫ। ਜ਼ਿੰਦਗੀ ਉਮੀਦ 'ਤੇ ਖੜੀ ਹੈ। ਆ ਜਿਹੜੀ ਆਤਮ ਹੱਤਿਆ ਕਰਦੇ ਨੇ ਕਿਉਂ ਹੋ ਗਏ? ਇਹ ਹੋਪਲੈਸ ਹੋ ਗਏ।
ਇਹਨਾਂ ਨੂੰ ਆਪਣੀ ਸਮੱਸਿਆ 'ਚੋਂ ਬਾਹਰ ਨਿਕਲਣ ਦਾ ਨਾ ਕੋਈ ਰਾਹ ਨਹੀਂ ਲੱਭਦਾ। ਜਦੋਂ ਅਸੀਂ ਕਿਸੇ ਸਮੱਸਿਆ 'ਚ ਘਿਰ ਜਾਈਏ, ਸਾਨੂੰ ਉਸ ਸਮੱਸਿਆ 'ਚੋਂ ਬਾਹਰ ਨਿਕਲਦਾ ਰਾਹ ਨਾ ਲੱਭੇ, ਅਸੀਂ ਦਿਲ ਛੱਡ ਜਾਂਦੇ, ਦਿਲ ਛੱਡ ਜਾਂਦੇ। ਜੋ ਹੀ ਬੰਦਾ ਦਿਲ ਛੱਡਦਾ ਫਿਰ ਆਤਮ ਹੱਤਿਆ ਹੀ ਕਰਨਾ, ਹੋਰ ਉਹਨੇ ਕੀ ਕਰਨਾ। ਆਤਮ ਹੱਤਿਆ ਦਾ ਆਹੀ ਕਾਰਨ ਹੈ। ਕਿਸਾਨ ਆਤਮ ਹੱਤਿਆ ਕਰ ਰਿਹਾ, ਵੀ ਤੂੰ ਕਿਉਂ ਕਰ ਰਿਹਾ? ਬਈ ਤੇਰੇ ਕੋਲ ਤਾਂ ਜ਼ਮੀਨ ਹੈ, ਜੇ ਤੂੰ ਆਪਣੇ ਜਵਾਕਾਂ ਲਈ ਕਰਜ਼ਾ ਲਿਆ, ਜ਼ਮੀਨ ਵੇਚ ਦੇ, ਆਪਣਾ ਕਰਜ਼ਾ ਲਾ ਦੇ। ਤੂੰ ਕਿਉਂ ਦੁਖੀ ਹੋਣਾ? ਬਈ ਤੂੰ ਕਿਉਂ ਆਪਣੇ ਜਵਾਕਾਂ ਲਈ ਦੁਖੀ ਹੋ ਰਿਹਾ? ਵਾਧੂ ਦੇ ਉਹਨਾਂ ਹਿੱਸਾ ਜ਼ਮੀਨ ਦਾ ਵੇਚ ਦੇ, ਆਪਣਾ ਨਿਸ਼ਚਿੰਤ ਹੋ ਜਾ। ਵੀ ਮੈਂ ਤਾਂ ਤੁਹਾਡੇ ਲਈ ਕਰਜ਼ਾ ਲਿਆ ਸੀ, ਠੀਕ ਹੈ, ਮੈਂ ਕਿਉਂ ਕਰਜ਼ਾਈ ਰਹਾਂ? ਬਈ ਤੁਸੀਂ ਐਸ਼ ਕਰੋ ਅਤੇ ਮੈਂ ਤੁਹਾਡਾ ਕਰਜ਼ਾ ਲਾਉਂਦਾ ਰਹਾਂ। ਉਹ ਜ਼ਮੀਨ ਵੇਚ ਦਿਓ, ਘਰ ਵੇਚ ਦਿਓ, ਚਲੋ ਆਪਣੇ ਟੱਪਰੀ ਵਾਸ ਹੋ ਜਾਓ। ਆਪਣਾ ਉਹ ਦੇਖੋ, ਇੱਥੇ ਤਾਂ ਦਾਦਾ ਬਣ ਗਏ, ਪੋਤਰੇ ਦੀ ਚਿੰਤਾ ਪੜ੍ਹਾਉਣ ਦੀ, ਉਹਨੂੰ ਅੱਗੇ ਵਿਆਹੁਣ ਦੀ, ਵੀ ਤੂੰ ਦਾਣੇ ਲੈਣੇ ਨੇ। ਉਹ ਜਿਹਦੇ ਬੱਚੇ ਨੇ ਆਪਣੇ ਪੜ੍ਹਾਉਣ ਨਾ ਪੜ੍ਹਾਉਣ, ਤੂੰ ਆਪਣੇ ਬੱਚੇ ਪੜ੍ਹਾਤੇ, ਉਹਨਾਂ ਕੰਮ 'ਤੇ ਲਾਤਾ, ਗੱਲ ਤੇਰੀ ਜ਼ਿੰਮੇਵਾਰੀ ਖਤਮ। ਉਹਨਾਂ ਕਿਹਾ ਮੈਂ ਦੇਖੋ, ਮੈਂ ਤੁਹਾਨੂੰ ਪੈਦਾ ਕੀਤਾ ਸੀ, ਮੈਂ ਤੁਹਾਨੂੰ ਪੜ੍ਹਾਤਾ, ਮੈਂ ਆਪਣਾ ਇਹ ਤੁਹਾਡੇ ਬੱਚੇ ਨੇ, ਇਹਨੂੰ ਪਾਲੋ ਨਾ ਪਾਲੋ, ਪੜ੍ਹਾਓ ਨਾ ਪੜ੍ਹਾਓ, ਆਪੇ ਉਹਨਾਂ ਦੀ ਜ਼ਿੰਮੇਵਾਰੀ ਆਪੇ ਕਰਨਗੇ। ਮੈਂ ਤੁਸੀਂ ਉਹ ਚਿੰਤਾ ਕਰਦੇ ਨੇ। ਪੋਤਰਾ ਹੋ ਜਾਏ, ਫਿਰ ਪੋਤੇ ਦੇ ਵੇ ਕੇ ਪੋਤਰਾ ਹੋ ਜਾਏ, ਵਾਧੂ ਦੀ ਦੱਸੇ ਗੁਰਦੁਆਰੇ 'ਚ ਆਹੀ ਅਰਦਾਸਾਂ ਕਰਦੇ ਰਹਿੰਦੇ ਵੀ ਜਿਹੜੇ ਦੇ ਕਰੋ, ਹੁਣ ਜ਼ਿੰਮੇਵਾਰੀ ਸੁੱਟੋ। ਕਿਉਂ ਜ਼ਿੰਮੇਵਾਰੀ ਸਾਰੀ ਚੱਕੀ ਹੈ ਸਿਰ 'ਤੇ ਜੀ? ਬੁਢਾਪਾ ਗਿਆ, ਆਪਣੀ ਭਜਨ ਬੰਦਗੀ ਕਰੋ ਨਾ। ਬਸ ਮੈਂ ਦੇਖਿਆ ਹੀ, ਮੈਂ ਚੱਲ ਵਕਤ ਨੂੰ ਫੜੇ ਰਹੋ, ਫਿਰ ਤੁਸੀਂ ਆਪੇ ਫਸ ਛੜੀਏ, ਤੈਨੂੰ ਕੌਣ ਛਡਾਏ? ਮੈਂ ਤੁਸੀਂ ਤਾਂ ਆਪ ਹੀ ਫਸੇ ਹੋਏ, ਅਸੀਂ ਤੁਹਾਨੂੰ ਬਾਹਰ ਨਹੀਂ ਕੱਢ ਸਕਦੇ, ਕਿਉਂਕਿ ਤੁਸੀਂ ਬਾਹਰ ਨਿਕਲਦੇ ਹੀ ਨਹੀਂ ਚਾਹੁੰਦੇ। ਨਹੀਂ, ਬੜੇ ਪਿਆਰੇ ਲੱਗਦੇ ਨੇ, ਮੈਂ ਠੀਕ ਹੈ, ਫਿਰ ਲੱਗੇ ਰਹੋ। ਉਂਝ ਕਹਿੰਦੇ ਜੇ ਅਸੀਂ ਵਿਹਲੇ ਹੋ ਜਾਈਏ, ਰਿਟਾਇਰ ਹੋ ਜਾਈਏ, ਫਿਰ ਭਜਨ ਬੰਦਗੀ ਕਰਾਂਗੇ। ਅਤੇ ਉਹ ਜੇ ਆਪੇ ਪੋਤੇ ਪੋਤੀਆਂ ਖਿਡਾਉਂਦੇ ਰਹਿੰਦੇ ਸਾਰਾ ਦਿਨ, ਹੋ ਗਈ ਭਜਨ ਬੰਦਗੀ ਕਰਾਂਗੇ। ਬਈ ਜਿਨ੍ਹਾਂ ਨੇ ਜੰਮੇ ਨੇ, ਉਹਨਾਂ ਕੋ ਆਪੇ ਸੰਭੋਏ। ਸਾਨੂੰ ਜਿਹੜਾ ਘੰਟਾ 2 ਘੰਟੇ ਟਾਈਮ ਮਿਲੇਗਾ, ਅਸੀਂ ਤਾਂ ਸਾਂਭ ਲਵਾਂਗੇ, ਬਾਕੀ ਆਪਣਾ ਸਾਂਭੋ। ਜ਼ਿੰਮੇਵਾਰੀ ਸੁੱਟੋ ਬੱਚਿਆਂ 'ਤੇ, ਤੁਸੀਂ ਜ਼ਿੰਮੇਵਾਰੀ ਚੱਕ ਲੈਣ। ਉਹ ਅਵਾਰਾਗਰਦ ਹੋ ਜਾਂਦੇ ਨੇ, ਉਹ ਅਵਾਰਾਗਰਦ ਹੋ ਜਾਂਦੇ। ਬੱਚੇ ਨੌਕਰੀ 'ਤੇ ਲਵਾਤਾ, ਉਹਨੂੰ ਸਾਖ ਹੋਏ, ਮੇਰੀ ਗੱਲ ਸੁਣ ਲੈ, ਨਾ ਮੈਂ ਤੇਰੀ ਨੌਕਰੀ 'ਚ ਪੈਸਾ ਲਵਾਂ, ਨਾ ਮੈਂ ਤੈਨੂੰ ਦੇਣਾ, ਰੋਟੀ ਪਾਣੀ ਖਾਈ ਜਾਂਦੇ, ਆਪਣੇ ਕਮਾਲ ਹੈ, ਜੋੜ ਲੈ, ਠੀਕ ਹੈ। ਆਪਣਾ ਤੂੰ ਵਿਆਹ ਆਪ ਕਰਨਾ। ਮੇਰੇ ਵੱਲੋਂ ਜਿਹੜਾ ਹੈ ਸਿਲੈਕਟ ਕਰ ਲਈ, ਚਾਹੇ ਲਵ ਮੈਰਿਜ ਕਰਾ ਲੈ, ਚਾਹੇ ਜੇ ਮਰਜ਼ੀ ਹੈ, ਚਾਹੇ 5 ਬੰਦਿਆਂ ਨਾਲ ਵਿਆਹ ਕਰਾ ਲੈ, ਚਾਹੇ 500 ਲੈ ਜਾ, ਤੂੰ ਆਪਣੇ ਪੈਸੇ 'ਚ ਕਰਨਾ ਆਪਣਾ ਵਿਆਹ। ਬਸ ਗੱਲ ਖਤਮ ਹੋ ਗਈ। ਕੱਲ੍ਹ ਤੋਂ ਤੁਹਾਡਾ ਬੱਚਾ ਬੱਚਤ ਕਰਨੀ ਸ਼ੁਰੂ ਕਰ ਦੇਗਾ, ਨਹੀਂ ਤਾਂ ਖਾਈ ਪੀਵੇ ਜਾਏਗਾ, ਆਪੇ ਬਾਪੂ ਲਾਏਗਾ। ਤੁਹਾਡਾ 15-20 ਲੱਖ ਲਵਾ ਦੇਣਾ ਉਸਨੇ, ਤੁਹਾਡਾ 15-20 ਲੱਖ ਲਵਾ ਦੇਣਾ। ਹਾਂ, ਗੱਡੀ ਵੀ ਵੱਡੀ ਲੈ ਕੇ, ਉਹਨੂੰ ਕੋਈ ਕਿਤੇ ਨੌਕਰੀ ਮਿਲ ਗਈ, ਆਪਣੇ ਖਾਓ ਕਮਾਓ, ਮੈਂ ਤੁਹਾਡੀ ਮੰਗਣਾ, ਮੈਨੂੰ ਨਹੀਂ ਤੁਹਾਡੇ ਪੈਸੇ ਦੀ ਲੋੜ, ਤੁਸੀਂ ਮੇਰੇ ਤੁਹਾਡੀ ਮੰਗਣੀ। ਬਸ ਆਪਣਾ ਵਿਆਹ ਕਰੋ ਨਾ ਕਰੋ, ਤੁਸੀਂ ਆਪਣੇ ਕਰੋ। ਗੁਲਜ਼ਾਰ ਸਿੰਘ ਸਾਫ਼ ਹੀ ਆਪਣੇ ਬੱਚਿਆਂ ਨੂੰ ਕਹਿੰਦੇ ਕੁੜੀ ਦਾ ਵਿਆਹ ਕਰਨਾ ਮੇਰੀ ਜ਼ਿੰਮੇਵਾਰੀ ਹੈ, ਤੁਹਾਨੂੰ ਮੈਂ ਪੜ੍ਹਾਤਾ, ਬਸ ਆਪਣਾ ਮੇਰੇ ਜਿਵੇਂ ਮਰਜ਼ੀ ਰਹੋ, ਮੈਂ ਨਾ ਤੁਹਾਡੇ ਤੋਂ ਮੰਗਾਂ, ਨਾ ਤੁਸੀਂ ਮੇਰੇ ਤੋਂ ਮੰਗਣੇ ਨੇ। ਠੀਕ ਹੈ, ਚੱਲ ਰਿਹਾ। 12,000 ਇੱਥੇ ਪਾਠ ਕਰਕੇ ਲੈਂਦਾ, ਬਾਕੀ ਆਪਣਾ ਪਲੰਬਰੀ ਦਾ ਕੰਮ ਕਰਦਾ, ਆਪਣਾ ਕਮਾ ਰਿਹਾ। ਦੂਜੇ ਨੇ ਦੁਕਾਨ ਪਾਤੀ, ਆਪਣੀ ਦੁਕਾਨ 'ਤੇ ਬੈਠਾ, ਆਪਣੇ ਕਰੋ। ਕਦੇ ਮੋਟਰਸਾਈਕਲ ਲੈਣਾ, ਆਪਣੀ ਕਮਾਈ 'ਚ ਲੈਣਾ, ਮੈਂ ਨਹੀਂ ਤੁਹਾਨੂੰ ਲੈ ਕੇ ਦੇਣਾ। ਮੈਂ ਤਾਂ ਤੁਹਾਨੂੰ ਪਹਿਲਾਂ ਕਹਿੰਦੇ ਮੈਂ +2 ਤੱਕ ਤੁਹਾਨੂੰ ਪੜ੍ਹਾਉਣਾ, ਉਸ ਤੋਂ ਬਾਅਦ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ। ਮੈਂ ਤੁਹਾਨੂੰ +2 ਤੱਕ ਪੜ੍ਹਾਤਾ, ਕੰਮ 'ਤੇ ਲਾਤਾ, ਆਪਣਾ ਕਮਾਓ ਅਤੇ ਖਾਓ। ਮੈਂ ਨਾ ਤੁਹਾਡੇ ਤੋਂ ਮੰਗਾਂ, ਨਾ ਤੁਸੀਂ ਮੇਰੇ ਤੋਂ ਮੰਗਣਾ। ਲੱਗੇ ਰਹੇ ਨੇ ਆਪੇ। ਹੁਣ ਦੇਖਦੇ ਕਿਵੇਂ ਖਰਚਾ ਕਰਦੇ ਨੇ। ਇਹਨੂੰ ਪੁੱਛ ਕੇ ਦੇਖੋ ਕਿੰਨਾ ਕੁ ਖਰਚਾ ਕਰਦਾ, ਆਪ ਕਮਾਉਂਦਾ ਨਾ। ਬਾਪੂ ਬੇਬੜ ਧੇਲਾ ਨਹੀਂ ਦਿੰਦਾ ਹੈਗਾ। ਇਹ ਫਿਰ ਪਤਾ ਲੱਗਦਾ। ਜਿਵੇਂ ਇੱਕ ਨਖਟੂ ਸੀ, ਮਖਟੂ ਵੀ ਕਹਿੰਦੇ, ਨਖਟੂ ਵੀ ਕਹਿੰਦੇ, ਜਿਹੜਾ ਨਾ ਕਮਾਉਂਦਾ ਹੋਵੇ। ਬਾਪ ਬੜਾ ਤੰਗ ਆ ਗਿਆ। ਇੱਕ ਦਿਨ ਗੁੱਸੇ 'ਚ ਆ ਕੇ ਕਹਿੰਦਾ ਦਫਾ ਹੋ ਜਾ, ਮੇਰੇ ਘਰੋਂ ਨਿਕਲ, ਚੱਲ ਕੰਮ ਕਰ। ਜੇ ਤੂੰ ਉਂਝ ਆ ਗਿਆ, ਮੈਂ ਤੈਨੂੰ ਘਰ ਵੜਨ ਨਹੀਂ ਦੇਣਾ, ਦਿਹਾੜੀ ਕਰ, ਜੋ ਮਰਜ਼ੀ ਕਰ। ਚਲੋ ਜੀ, ਹੁਣ ਜੇ ਮਖਟੂ ਸੁਣ ਕਦੇ ਕੰਮ ਨਹੀਂ ਕੀਤਾ। ਪਹਿਲੇ ਤਾਂ ਬੇਬੇ ਨੂੰ ਕਹਿੰਦਾ, ਬੇਬੇ ਰੁਪਈਆ ਦੇ ਦੇ, ਬਾਪੂ ਮਾਰੂਗਾ। ਚਲੋ ਔਰਤ ਤਰਸਵਾਣੇ ਦੇਤਾ। ਬਾਪ ਕਹਿੰਦਾ ਉਹ ਕੀ ਕਮਾ ਕੇ ਲਿਆ? ਕਦੇ 1 ਰੁਪਈਆ, ਘਰ 'ਚ ਖੂਹੀ ਸੀ, ਕਦੇ ਸੁੱਟਦਾ। ਬਾਪ ਨੂੰ ਪਤਾ ਲੱਗੇ ਨੇ ਕਮਾਇਆ ਨਹੀਂ ਹੈਗਾ। ਆਲੇ ਕਹਿ ਫਿਰ ਕਮਾ ਕੇ ਲਿਆਈ।
ਅਗਲੇ ਦੇ ਮਾਂ ਨੂੰ ਭੈਣ ਨੂੰ ਕਹਿੰਦਾ ਅਠਿਆਨੀ ਦੇ ਦੇ, ਚਲੋ ਉਹਨੇ ਦੇਤੀ। ਕਹਿੰਦਾ ਕੀ ਕਮਾ ਕੇ ਲੈ, ਕਹਿੰਦਾ 8 ਆਨੇ, ਕਹਿੰਦਾ ਖੂਹੀ ਸੁੱਟ ਦੇ। ਅਗਲੇ ਦਿਨ ਮਾਂ ਨੇ ਤੇ ਕਹਿਤਾ, ਭੈਣ ਨੇ ਕਹਿਤਾ ਅਸੀਂ ਨਹੀਂ ਤੈਨੂੰ ਦੇਣੇ, ਆਪਣਾ ਕਮਾ ਜੋ ਮਰਜ਼ੀ ਕਰ। ਸਾਰਾ ਦਿਨ ਦਿਹਾੜੀ ਕਰਦਾ, ਚੁਆਨੀ ਮਿਲੀ। ਬਾਪ ਕਹਿੰਦਾ ਕੀ ਕਮਾ ਕੇ, ਕਹਿੰਦਾ 4 ਆਨੇ, ਕਹਿੰਦਾ ਸੁੱਟ ਦੇ ਖੂਹੀ 'ਚ। ਕਹਿੰਦਾ ਹਾਂ, ਸਾਰਾ ਦਿਨ ਮੈਂ ਟੋਕਰੀ ਢੋਂਦਾ ਰਿਹਾ, ਕਹਿੰਦਾ ਖੂਹੀ ਸੁੱਟ ਦੇ। ਹਾਂ, ਕਹਿੰਦਾ ਅੱਜ ਕਮਾਇਆ। ਬਾਪੂ ਦੇ ਪੈਸੇ ਉਜਾੜ ਨਹੀਂ ਆਉਂਦੇ ਨੇ, ਜਦੋਂ ਆਪ ਕਮਾਓਗੇ ਫਿਰ ਪਤਾ ਲੱਗੂ। ਇਸ ਤਰ੍ਹਾਂ ਕਰੋ ਆਪਣੇ ਜਵਾਕਾਂ ਨੂੰ, ਅੱਜ ਹੀ ਸੁਖੀ ਤੁਸੀਂ, ਨਹੀਂ ਤਾਂ ਦੁਖੀ ਤਾਂ ਹੈ ਹੀ। ਉਹ ਤਾਂ ਮੈਨੂੰ ਪੁੱਛਣ ਦੀ ਲੋੜ ਨਹੀਂ, ਵੀ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਮੈਨੂੰ ਕਿ ਤੂੰ ਸੁਖੀ ਹੈ ਦੁਖੀ ਹੈ। ਜਿੰਨੇ ਬੈਠੇ ਨੇ ਸਭ ਦੁਖੀ ਨੇ। ਮੈਂ 5 ਸਾਲ ਤੋਂ ਸੁਖੀ ਹੋਇਆ, ਪਹਿਲਾਂ ਮੈਂ ਵੀ ਦੁਖੀ ਸੀ ਤੁਹਾਡੇ ਨੂੰ। ਹੁਣ ਲੰਡਾ ਚੜਿਆ, ਤੈਨੂੰ ਫਿਕਰ ਨਹੀਂ ਫਾਕਾ ਨਹੀਂ, ਨਹੀਂ ਤਾਂ ਦੁਖੀ ਹੀ ਰਹਿੰਦਾ ਬੰਦਾ, ਜ਼ਿੰਮੇਵਾਰੀ ਚੱਕੀ ਜਾਂਦਾ, ਦੁਖੀ ਹੋਈ ਜਾਂਦਾ। ਭਜਨ ਬੰਦਗੀ ਸੁਹਾਵਣੀ ਹੈ। ਜ਼ਿੰਮੇਵਾਰੀ ਬੱਚਿਆਂ 'ਤੇ ਸੁੱਟੋ, ਸਾਰਾ ਟੋਕਰਾ ਆਪਣੇ ਸਿਰ 'ਤੇ ਨਹੀਂ ਚੱਕੀ ਫਿਰਨਾ। ਸੁੱਟਣਾ ਤੁਸੀਂ ਹੈ ਨਹੀਂ, ਮੈਂ ਤਾਂ ਆਪਣੀ ਡਿਊਟੀ ਕਰਤੀ, ਚੱਕੀ ਫਿਰ ਟੋਕਰੇ। ਸੋ ਕਹਿੰਦੇ ਸੰਦੇਹ ਜਿਹੜਾ ਹੈ ਨਾ ਉਹ ਦੂਰ ਕਰ ਲਓ, ਰੱਬ ਨੂੰ ਕਰੋ ਪਿਆਰ, ਇੰਦਰੀਆਂ 'ਤੇ ਕਰੋ ਕੰਟਰੋਲ। ਨਾ ਹੀ ਦੇਖਣਾ ਭਾਜੀਏ ਪਰਮ ਸਿਆਣਪੇ। ਜੇ ਰੱਬ ਅਜੇ ਨਹੀਂ ਨਾ ਦਿਸਦਾ, ਦੌੜ ਨਹੀਂ ਜਾਣਾ, ਕੋਈ ਰੱਬ ਰੁੱਬ ਨਹੀਂ ਹੈਗਾ, ਨਹੀਂ ਭੱਜਣਾ ਨਹੀਂ ਹੈ ਮੈਦਾਨ 'ਚੋਂ। ਹਾਂ, ਮੈਦਾਨ 'ਚ ਡਟੇ ਰਹਿਣਾ, ਇਹੀ ਸਿਆਣਪ ਹੈ। ਇੱਕ ਤੇ ਟਿੰਡ ਫੋੜੀ ਛੱਡ ਕੇ ਭੱਜ ਗਿਆ ਤੇ ਦੂਜਾ ਡਾਂਸ ਕਰ ਰਿਹਾ ਮੁੰਡਾ। ਉਹ ਨਾਰਦ ਜੀ ਵੀ ਹੈਰਾਨ, ਵੀ ਨੱਚੀ ਹੋਈ ਜਾ ਰਿਹਾ। ਉਹ ਕਹਿੰਦਾ ਕੀ ਗੱਲ ਤੂੰ ਇੰਨਾ ਖੁਸ਼ ਹੈ? ਕਹਿੰਦਾ ਘੱਟ ਤੋਂ ਘੱਟ ਇਹ ਤਾਂ ਪਤਾ ਲੱਗਿਆ ਵੀ ਇੰਨੇ ਸਾਲ ਹੋਰ ਲੱਗਣਗੇ। ਉਹ ਭੱਜਿਆ ਨਹੀਂ ਮੈਦਾਨ 'ਚ, ਦੂਜਾ ਭੱਜ ਗਿਆ। ਮੈਦਾਨ ਨਹੀਂ ਛੱਡਣਾ, ਲੱਗੇ ਰਹਿਣਾ। ਚੱਚਾ ਰਚਿਤ ਚਿੱਤਰ ਹੈ ਭਾਰੀ। ਹਾਂ ਵੀ ਰੱਬ ਨਹੀਂ ਦਿਸ ਰਿਹਾ, ਨਹੀਂ ਮਿਲ ਰਿਹਾ, ਹੌਸਲਾ ਨਹੀਂ ਛੱਡ ਦੇਣਾ, ਭੱਜ ਨਹੀਂ ਜਾਣਾ ਮੈਦਾਨ 'ਚੋਂ। ਸਿਆਣਪ ਇਹੀ ਹੈ ਵੀ ਲੱਗੇ ਰਹੋ, ਭੱਜਣਾ ਨਹੀਂ ਹੈ। ਹੁਣ ਜੇ ਡਰ ਜਾਂਦੇ ਸਿੱਖ 40 ਦੇ ਕੁੱਲ ਸਨ, ਬਹੁਤ ਲੱਖਾਂ ਨੇ, ਨਹੀਂ ਕਹਿੰਦੇ ਕੋਈ ਪਰਵਾਹ ਨਹੀਂ, ਇੱਕ ਵੀ ਹੱਥ ਨਹੀਂ ਆਇਆ ਦੁਸ਼ਮਣ ਦੇ। ਨਹੀਂ ਤਾਂ ਦੁਸ਼ਮਣ ਦੀ ਕੋਸ਼ਿਸ਼ ਸੀ ਵੀ ਅਸੀਂ ਜਿਉਂਦੇ ਨੂੰ ਫੜ ਲਈ। ਸਾਰੇ ਦੇ ਸਾਰੇ ਸ਼ਹੀਦ ਹੋ ਗਏ, ਜਿਹੜੇ ਤਾਂ 10 ਪਾਤਸ਼ਾਹ ਬਾਹਰ ਚਲੇ ਗਏ ਚਲੇ, ਬਾਕੀ ਸਾਰੇ ਸ਼ਹੀਦ ਹੋ ਗਏ। ਇੱਕ ਨੇ ਵੀ ਮੈਦਾਨ ਨਹੀਂ ਛੱਡਿਆ। ਇਹ ਵੇਖ ਕੇ ਵੀ ਤਾਂ ਇੰਨੇ ਤੇ ਅਸੀਂ ਤਾਂ ਥੋੜ੍ਹੇ ਜਿਹੇ। ਜਦੋਂ 1971 ਦੀ ਜੰਗ ਹੋਈ ਹੈ ਪਾਕਿਸਤਾਨ ਨਾਲ ਬੰਗਲਾਦੇਸ਼ ਦੀ, ਸਾਡੀ ਫੌਜ ਉੱਥੇ ਐਂਟਰ ਕੀਤੀ ਬੰਗਲਾਦੇਸ਼ 'ਚ, ਅਸੀਂ ਉਹਨਾਂ ਦੀ ਸਪੋਰਟ ਕੀਤੀ। ਤੁਸੀਂ ਹੈਰਾਨ ਹੋ ਗਏ, ਉਹਨਾਂ ਦੇ 90,000 ਫੌਜੀ ਪਾਕਿਸਤਾਨ ਦੇ, ਅਜੇ ਉਹਨਾਂ ਕੋਲ 7 ਦਿਨ ਦਾ ਐਮਨੀਸ਼ਨ ਸੀ। 7 ਦਿਨ ਹੋਰ ਸਾਡੇ ਨਾਲ ਲੜ ਸਕਦੇ ਸਨ, ਪਰ ਉਹ ਹੌਸਲਾ ਛੱਡ ਕੇ ਉਹਨਾਂ ਨੇ ਹੱਥ ਖੜੇ ਕਰਤੇ, ਅਸੀਂ ਹਾਰ ਗਏ। 90,000 ਫੌਜੀਆਂ ਨੂੰ ਅਸੀਂ ਕੈਦ ਕਰ ਲਿਆ ਸੀ। ਸਾਡੀ ਸਰਕਾਰ ਜੋ ਮਨਾਉਣਾ ਚਾਹੁੰਦੀ ਉਦੋਂ ਮਨਾ ਸਕਦੀ ਸੀ ਸਮੇਂ। ਹਾਂ, ਸਾਡਾ ਕਸ਼ਮੀਰ ਖਾਲੀ ਕਰੋ, ਉਦੋਂ ਵੇਲਾ ਸੀ ਵੀ ਅਸੀਂ ਨਹੀਂ ਤੁਹਾਡੇ 90,000 ਬੰਦਾ ਨਹੀਂ ਛੱਡਦੇ, ਸਾਡਾ ਕਸ਼ਮੀਰ ਖਾਲੀ ਕਰੋ। ਪਰ ਇਹ ਕਹਿੰਦੇ ਹਾਂਜੀ ਪਰਮੋ ਧਰਮ ਹੈ, ਇਹ ਹੈ ਉਹ ਹੈ, ਚਲ ਉਹ ਛੱਡ ਦੇ। ਮੇਰੇ ਕਹਿਣ ਦਾ ਮਤਲਬ ਹੌਸਲਾ ਛੱਡ ਗਏ। 90,000 ਫੌਜੀ 7 ਦਿਨ ਦਾ ਕੋਲ ਐਮਨੀਸ਼ਨ ਹੈ, ਲੜੇ ਨਹੀਂ, ਹੌਸਲਾ ਛੱਡ ਗਏ, ਹੱਥ ਖੜੇ ਕਰਤੇ, ਅਸੀਂ ਹਾਰ ਗਏ। ਇਹ ਸਿਆਣਪ ਨਹੀਂ, ਕਹਿੰਦੇ ਡਟੇ ਰਹਿਣਾ। ਅਸੀਂ ਵੀ ਇਹ ਲੜਾਈ ਦਾ ਮੈਦਾਨ ਹੈ, ਇਹ ਭਜਨ ਬੰਦਗੀ ਸੌਖਾ ਕੰਮ ਨਹੀਂ ਹੈ। ਕਾਮ ਨਾਲ, ਕਦੇ ਕਾਮ ਨਾਲ ਲੜਨਾ, ਕਦੇ ਕਰੋ, ਜਿਹਦੇ ਕਹਿੰਦੇ ਖਾਲਸਾ ਕਰੇ ਨਿਤ ਜੰਗ। ਹੁਣ ਇਹ ਥੋੜ੍ਹਾ ਤਲਵਾਰ ਲੈ ਕੇ ਲੋਕਾਂ ਨੂੰ ਮਾਰੀ ਜਾਣਾ ਜੀ, ਵੀ 10 ਪਾਤਸ਼ਾਹ ਨੇ ਖਾਲਸਾ ਕਰੇ ਨਿਤ ਜੰਗ ਜੀ। ਉਹ ਨਹੀਂ, ਅਸੀਂ ਆਪਣੇ ਨਾਲ ਹੀ ਲੜਨਾ ਹੈ, ਇਸ ਕਾਮ ਨਾਲ, ਕ੍ਰੋਧ ਨਾਲ, ਲੋਭ ਨਾਲ, ਮੋਹ ਨਾਲ, ਇਹਦੇ ਨਾਲ ਅਸੀਂ ਜੰਗ ਕਰਨੀ ਰੋਜ਼। ਖਾਲਸਾ ਉਹ ਹੈ। ਕਿਤੇ ਸਿੱਧੇ ਹੀ ਅਰਥ ਸਮਝ ਲਓ ਵੀ ਹਾਂ ਜੀ ਲੈ ਲਓ ਕਿਰਪਾਨ ਅਤੇ ਜਿਹੜਾ ਹੈ ਵੜ ਦੇਣਾ। ਮੈਂ ਖਾਲਸੇ ਨੂੰ ਹੁਕਮ ਹੈ ਤੂੰ ਨਿਤ ਜੰਗ ਕਰਨੀ, ਜੰਗ ਕਰਨੀ ਅਸੀਂ ਆਪਣੀ ਬੁਰਾਈਆਂ ਨਾਲ। ਇਸ ਲਈ ਭਜਨ ਬੰਦਗੀ ਵਾਲਾ ਰਾਹ ਸੌਖਾ ਨਹੀਂ ਹੈ, ਇਹ ਬੁਰਾਈਆਂ ਨਾਲ ਲੜਨਾ ਪੈਣਾ। ਤਾਂ ਜੇ ਕੋਈ ਬੁਰਾਈ ਸਾਡੇ 'ਤੇ ਅਟੈਕ ਕਰਕੇ ਸਾਡੀ ਭਜਨ ਬੰਦਗੀ ਦਾ ਨਾਸ ਕਰ ਦੇ। ਕਿੰਨਿਆਂ ਦੀ ਭਜਨ ਬੰਦਗੀ ਨਾਸ ਹੋ ਗਈ, ਜੇਲ੍ਹਾਂ 'ਚ ਬੈਠੇ ਨੇ। ਕਿਉਂ? ਉਹਨਾਂ ਨੇ ਆਪਣੀ ਬੁਰਾਈਆਂ ਨਾਲ ਲੜਾਈ ਨਹੀਂ ਕੀਤੀ, ਸਗੋਂ ਬੁਰਾਈਆਂ ਦੇ ਅਧੀਨ ਆ ਗਏ ਅਤੇ ਆਹ ਹਾਲ ਹੋ ਗਿਆ ਹੈ। ਖਾਲਸੇ ਦੀ ਇਸ ਲਈ ਜੰਗ ਕਰਨੀ,
ਆਪਣੀਆਂ ਬੁਰਾਈਆਂ ਦੇ ਵਿਰੁੱਧ ਲੜਾਈ ਕਰਨੀ ਹੈ। ਚੱਚਾ ਰਚਿਤ ਚਿੱਤਰ ਹੈ ਭਾਰੀ। ਇਹ ਜਿਹੜੀ ਸੰਸਾਰ ਦੀ ਰਚਨਾ ਹੈ ਨਾ, ਬੜਾ ਵੱਡਾ ਚਿੱਤਰ ਹੈ, ਬੜੀ ਵੱਡੀ ਤਸਵੀਰ ਹੈ। ਤਾਜ ਚਿੱਤਰ ਚੇਤੋ ਚਿਤਕਾਰੀ। ਕਹਿੰਦੇ ਅਸੀਂ ਚਿੱਤਰ ਨੂੰ ਛੱਡੋ, ਜਿਹਨੇ ਚਿੱਤਰ ਬਣਾਇਆ ਉਹਨੂੰ ਯਾਦ ਕਰੋ। ਸੰਸਾਰ ਦਾ ਮੋਹ ਛੱਡੋ, ਜਿਹਨੇ ਸੰਸਾਰ ਬਣਾਇਆ ਕਹਿੰਦੇ ਉਹਦਾ ਨਾਮ ਜਪੋ, ਉਹਨੂੰ ਪਿਆਰ ਕਰੋ। ਇਹ ਚਿੱਤਰ ਨੂੰ ਛੱਡੋ, ਨਹੀਂ ਤਾਂ ਚਿੱਤਰ ਯਾਦ ਰਹੇ ਰੱਬ ਭੁੱਲ ਭੁਲਾ ਜਾਂਦਾ ਹੈ। ਨਹੀਂ ਤਾਂ ਰੱਬ ਭੁੱਲ ਭੁਲਾ ਜਾਂਦਾ ਹੈ। ਇਹ ਜੀਵ ਯਾਦ ਰਹੇ, ਇਹਨਾਂ ਨਾਲ ਮੋਹ ਪਿਆਰ ਹੋ ਜਾਂਦਾ ਹੈ। ਕਹਿੰਦੇ ਇਹ ਚਿੱਤਰ ਨੂੰ ਛੱਡੋ, ਜਿਹੜਾ ਚਿਤਕਾਰੀ ਹੈ, ਚਿੱਤਰ ਬਣਾਉਣ ਵਾਲਾ ਚਿੱਤਰਕਾਰ ਹੈ, ਉਹਨੂੰ ਪਿਆਰ ਕਰੋ, ਉਹਨੂੰ ਯਾਦ ਕਰੋ। ਚੇਤੋ ਚਿੱਤਰ ਬਚਿੱਤਰ ਇਹ ਅਵਚੇਰ। ਪਰ ਜਿਹੜਾ ਚਿੱਤਰ ਹੈ ਨਾ, ਹੈ ਬੜਾ ਅਨੋਖਾ। ਇਹ ਸੰਸਾਰ ਇੱਕ ਚਿੱਤਰ ਹੈ ਬੜਾ ਅਨੋਖਾ, ਹੈ ਬੜਾ ਵਧੀਆ, ਬਚਿੱਤਰ ਹੈ। ਔਰ ਕਹਿੰਦੇ ਬੜੀ ਵਿਚਿੱਤਰ ਘਟਨਾ ਜੀ, ਇਹ ਬੜਾ ਚੰਗਾ ਲੱਗਦਾ। ਇਹੀ ਅਵਚੇਰ ਹੈ, ਇਹੀ ਝੰਜਟ ਹੈ ਵੀ ਇਹਨੂੰ ਛੱਡਣਾ ਔਖਾ, ਕਿ ਬੜਾ ਪਿਆਰਾ ਲੱਗਦਾ ਹੈ। ਇਹ ਸੰਸਾਰ ਬੜਾ ਸੋਹਣਾ ਲੱਗਦਾ ਹੈ, ਇਹੀ ਝੰਜਟ ਹੈ ਵੀ ਇਹਨੂੰ ਛੱਡਣਾ ਔਖਾ ਹੈ। ਤਾਜ ਚਿੱਤਰ ਚਿਤ ਰਾਖ ਚਤੇਰਾ। ਇਸ ਚਿੱਤਰ ਨੂੰ ਛੱਡ ਕੇ ਜਿਹੜਾ ਚਤੇਰਾ ਹੈ, ਇਹ ਚਿੱਤਰ, ਇਹ ਸੰਸਾਰ ਬਣਾਉਣ ਵਾਲਾ ਹੈ, ਉਹਨੂੰ ਕਹਿੰਦੇ ਚਿੱਤ 'ਚ ਰੱਖ, ਉਹਨੂੰ ਯਾਦ ਰੱਖ। ਇਸ ਚਿੱਤਰ, ਇਸ ਸੰਸਾਰ ਦਾ ਖਿਆਲ ਛੱਡ। ਇਹ ਤਾਂ ਸਿਰਫ ਆਪਣੀਆਂ ਡਿਊਟੀਆਂ ਕਰ ਰਹੀਆਂ ਨੇ। ਜੇ ਬਾਪ ਹੋ, ਬਾਪ ਦੀ ਡਿਊਟੀ ਕਰੋ, ਮਾਂ ਹੋ, ਮਾਂ ਦੀ ਡਿਊਟੀ ਕਰੋ, ਭਰਾ ਹੋ, ਭਰਾ ਦੀ ਡਿਊਟੀ ਕਰੋ, ਪੁੱਤਰ ਹੋ, ਪੁੱਤਰ ਦੀ ਡਿਊਟੀ ਕਰੋ, ਧੀ ਹੋ, ਧੀ। ਜੇ ਹਰ ਬੰਦਾ ਆਪਣੀ ਆਪਣੀ ਡਿਊਟੀ ਕਰਦੇ, ਝਗੜਾ ਹੀ ਕੋਈ ਨਹੀਂ, ਕੋਈ ਝਗੜਾ ਨਹੀਂ। ਜੇ ਦੋ ਨੂੰਹਾਂ ਨੇ ਕਿਸੇ ਦੀਆਂ, ਉਹ ਕਹਿੰਦੇ ਭਾਈ ਸਵੇਰ ਦੀ ਰੋਟੀ ਪਾਣੀ ਤੈਂ ਬਣਾਉਣੀ, ਸੱਸ ਕਹਿੰਦੇ ਸ਼ਾਮ ਦੀ ਭਾਈ ਤੂੰ ਬਣਾਉਣੀ, ਤੈਂ ਭਾਈ ਕੱਪੜੇ ਧੋਣੇ ਨੇ, ਤੈਂ ਭਾਈ ਜਿਹੜਾ ਹੈ ਪੋਚਾ ਪਾਚਾ ਲਾਉਣਾ। ਕੰਮ ਵੰਡ ਦਿੰਦੇ। ਜੇ ਕੰਮ ਨਹੀਂ ਵੰਡੋਗੇ ਤਾਂ ਇੱਕ ਕੋ ਮੈਨੂੰ ਵੱਧ ਕੰਮ ਕਰਨਾ ਪੈਂਦਾ, ਦੂਜੀ ਕੋ ਮੈਂ ਮੌਜ ਕਰਦੀ ਨਾ। ਕੰਮਾਂ ਦੀ ਵੰਡ ਕਰ ਦਿਓ। ਤੁਹਾਡੇ ਬੱਚੇ ਨੇ, ਇਹਨਾਂ ਦੇ ਕੰਮਾਂ ਦੀ ਵੰਡ ਕਰੋ। ਹਾਂ ਬਈ, ਜਿਹੜਾ ਬਾਜ਼ਾਰੋਂ ਸੌਦਾ ਲਿਆਉਣਾ ਇਹ ਤੈਅ ਲੈ ਕੇ ਆਉਣਾ, ਤੂੰ ਆਹ ਕੰਮ ਕਰਨਾ, ਪੈਸੇ ਮੇਰੇ ਤੋਂ ਲੈ ਜਾਣੇ ਨੇ, ਤੂੰ ਆਹ ਲਿਆਉਣਾ, ਤੂੰ ਆਹ ਲਿਆਉਣਾ। ਬਸ ਪੱਕੇ ਡਿਊਟੀਆਂ ਵੰਡ ਦਿਓ। ਅਗਲੇ ਪਤਾ ਵੀ ਹਾਂ ਇਹ ਮੇਰੀ ਡਿਊਟੀ ਹੈ, ਤੁਹਾਡਾ ਕੰਮ ਸੌਖਾ ਹੋ ਜਾਏਗਾ। ਤੁਸੀਂ ਇਹਨਾਂ ਨੂੰ ਕੰਮ ਨਹੀਂ ਦਿੰਦੇ, ਆਪ ਵਕਤ ਨੂੰ ਫੜੇ ਰਹਿੰਦੇ ਹੋ। ਸਿਆਣਾ ਕੌਣ ਹੁੰਦਾ? ਜੋ ਕੰਮ ਵੰਡ ਦਿੰਦਾ ਹੈ। ਹੁਣ ਜੇ ਮੈਂ ਆ ਦੀਵਾਨਾਂ 'ਚ ਸਾਰਾ ਆਪਣੇ ਸਿਰ 'ਤੇ ਲੈ ਲਾ, ਮੈਂ ਤਾਂ ਕਮਲਾ ਹੋ ਜਾਊਂਗਾ। ਮੈਂ ਤਾਂ ਕੰਮ ਵੰਡ ਦੇਣਾ, ਆਪ ਰਾਊਂਡ ਲਾਉਂਦਾ ਰਹਿਣਾ। ਮੈਂ ਉਹਦੇ ਉੱਪਰ ਜੇ ਤੇਰਾ ਭਾਈ ਕੰਮ ਠੀਕ ਹੈ, ਜੇ ਕੋਈ ਨਹੀਂ ਹੈ ਤਾਂ ਮੈਨੂੰ ਦੱਸ ਦਿਓ, ਆਪਾਂ ਉਸ ਤਰ੍ਹਾਂ ਅੱਗੇ ਕਰ ਦਾਂਗੇ। ਜੇ ਮੈਂ ਸਾਰੀ ਜ਼ਿੰਮੇਵਾਰੀ ਆਪਣੇ ਸਿਰ 'ਤੇ ਲੈ ਲਾ ਦੀਵਾਨਾਂ 'ਚ, ਫਿਰ ਮੈਂ ਤਾਂ ਕਮਲਾ ਹੋ ਜਾਵਾਂਗਾ। ਕੰਮ ਵੰਡਣਾ ਹੈ, ਕੰਮ ਲੈਣਾ ਹੈ। ਇਹ ਨਹੀਂ ਕਿ ਆਪ ਹੀ ਜਿਹੜਾ ਹੈ ਜੋ ਲੱਗੇ ਰਹੋ ਅਤੇ ਦੂਜੇ ਐਸ਼ ਕਰਦੇ ਰਹਿਣ, ਦੂਜੇ ਐਸ਼ ਕਰਦੇ ਰਹਿਣ। ਇਹ ਨਾ ਵੀ ਮਾਂ ਪਿਓ ਵਕਤ ਨੂੰ ਫੜਿਆ ਅਤੇ ਬੱਚੇ ਜਿਹੜਾ ਆਪਣਾ ਅਵਾਰਾਗਰਦੀ ਕਰਦੇ ਨੇ, ਵਿਹਲੇ ਬੈਠੇ ਜੀ, ਰਾਤ ਨੂੰ 12 ਵਜੇ ਆਉਂਦੇ। ਇਹਨੂੰ ਪੁੱਛੋ ਕਿ ਕਿੱਥੇ ਫਿਰਦੇ ਹੋ? ਸਾਰਾ ਦਿਨ ਵੀ ਤੁਸੀਂ ਬਾਹਰ ਹੈ ਅਤੇ ਹੁਣ ਕਿੱਥੇ ਫਿਰਦੇ ਨੇ ਸਾਰੀ ਰਾਤ? ਖਬਰਦਾਰ ਜੇ 10 ਵਜੇ ਤੋਂ ਬਾਅਦ ਘਰ ਵੜੇ, ਕੁੰਡਾ ਲਾ ਦਿਓ ਜਾਂ ਦਫਾ ਜਾ। ਤੂੰ ਨਹੀਂ ਘਰ ਵੜ ਸਕਦਾ। ਸਭ ਕਹਿ ਦਿਓ 10 ਵਜੇ ਤੋਂ ਪਹਿਲਾਂ ਘਰ ਵੜਨਾ। ਜਿਹੜਾ 10 ਵਜੇ ਤੋਂ ਬਾਹਰ ਅਸੀਂ ਕੁੰਡਾ ਲਾ ਦੇਣਾ, ਸਾਡੇ ਜਿੱਥੇ ਮਰਜ਼ੀ ਰਹੋ। ਬੀਬੀ ਮੈਨੂੰ ਵੜਨ ਨਹੀਂ ਸੀ ਤਾਂ ਕੁੰਡਾ ਲਾਤਾ ਸੀ। ਕਹਿ ਜਿੱਥੇ ਰੋਟੀ ਖਾਣਗੇ ਨਾ ਉਹਨਾਂ ਦੇ ਜਾ। ਅਤੇ ਜਿਹੜਾ ਮੈਨੂੰ ਛੱਡਣਾ ਸੋ ਗਿਆ ਡਰ, ਉਹ ਭੱਜ ਗਿਆ। ਮੈਂ ਭਲਿਆ ਮਾਨਸਾ, ਤੂੰ ਇਹੀ ਕਹਿ ਜਵਾਬਾ ਜੀ ਇਹ ਨਹੀਂ ਵੜਨ ਦਿੰਦੇ ਅਤੇ ਤੁਸੀਂ ਸਾਡੇ ਘਰ ਹੀ ਸੌਂ ਜਾਓ। ਉਹ ਡਰਦਾ ਭੱਜ ਗਿਆ। ਮੁੜ ਕੇ ਨਹੀਂ ਫਿਰ ਜਾਵਣ ਸੇ ਲੇਟ ਹੋਇਆ। ਇਸ ਤਰ੍ਹਾਂ ਨਹੀਂ ਤਾਂ ਤੁਹਾਡੇ ਬੱਚੇ ਵਿਗੜ ਜਾਣਗੇ, ਇਹ ਅਵਾਰਾਗਰਦ ਹੋ ਜਾਣਗੇ ਬਾਹਰ ਫਿਰਨ ਦੇ, ਫਿਰ ਸਾਰੀ ਉਮਰ ਹੁੰਦੇ ਰਹੋਗੇ। ਮੈਂ ਤਾਂ ਕਹਿਣਾ ਤੁਹਾਨੂੰ, ਤੁਸੀਂ ਬੱਚਿਆਂ ਵਾਲੇ, ਮੈਂ ਨਹੀਂ ਚਾਹੁੰਦਾ ਸਤਸੰਗੀ ਉਲਝ ਜਾਣ ਅਤੇ ਭਜਨ ਬੰਦਗੀ ਨਾ ਕਰ ਸਕਣ। ਇਹਨਾਂ ਬੱਚਿਆਂ 'ਚ ਉਲਝ ਜਾਣ, ਇਹਨਾਂ ਨੂੰ ਵੇਲੇ ਸਿਰ ਠੀਕ ਰੱਖਣਾ, ਹਰ ਇੱਕ ਨੂੰ ਥਾਂ ਸਿਰ ਰੱਖਣਾ। ਹਾਂ ਵੀ ਇਹ ਆਹ ਤੇਰੀ ਥਾਂ ਹੈ। ਬਾਪੂ ਜੋ ਬੀਬੀ ਕਹਿੰਦੇ ਜੋ ਵਿਆਹ ਹੋਇਆ, ਮੈਂ ਚਲ ਐਵੇਂ ਨਾ ਕਹੇ, ਸ਼ਹਿਰਣ ਸੀ ਮੈਂ ਪੇਂਡੂ ਸੀ, ਸੈਰ ਕਰਨ ਨਿਕਲ ਜਾਣਾ। 15-20 ਦਿਨ ਜਾਈ ਗਏ,
ਮੈਂ ਇੱਕ ਦਿਨ ਕਿਹਾ, ਮੈਂ ਦੇਖੋ ਆਪਾਂ ਸਾਰਾ ਦਿਨ ਬਾਹਰ ਰਹਿੰਦੇ, ਪੜ੍ਹਾਉਂਦੇ ਹਾਂ, ਆਹ ਨੌਜਵਾਨ ਬੱਚੇ ਬੱਚੀਆਂ 'ਚ ਅਸੀਂ ਰਹਿੰਦੇ ਹਾਂ, ਇਹ ਕੀ ਹੁਣ ਕੰਧਾਂ ਵੇਖਣ ਆਇਓ? ਕੀ ਵੇਖਣ ਅਸੀਂ ਬਾਜ਼ਾਰ ਦੇ ਵਿੱਚ? ਆਹ ਸੰਗਤ ਇਹਦੋਂ ਵਧੀਆ ਸਾਡੇ ਵਿਦਿਆਰਥੀ ਸੋਹਣੇ ਨੇ, ਨਾਲੇ ਹੱਸਦੇ ਖੇਡਦੇ ਨੇ, ਉਹਨਾਂ ਨਾਲ ਉਹਨੂੰ ਵੀ ਸਮਝ ਆ ਗਈ। ਫਿਰ ਅਸੀਂ ਬੰਦ ਕਰਤੇ। ਮੈਂ ਕੋਈ ਨਹੀਂ, ਐਤਵਾਰ ਨੂੰ ਤੈਨੂੰ ਮੈਂ ਨਾ ਹੋਟਲ ਦੀ ਰੋਟੀ ਖਵਾ ਲਿਆ ਕਰਾਂਗਾ, ਇੱਕ ਦਿਨ ਰੈਸਟ ਕਰ ਦਿੰਦਾ। ਇਸ ਲਈ ਬੱਚਿਆਂ ਨੂੰ ਕਦੇ ਕਦੇ ਨਾ ਢਾਬੇ 'ਤੇ ਲੈ ਜਾ ਕਰੋ, ਇਹਨਾਂ ਨੂੰ ਕਰਾਰੀਆਂ ਕਰੂਰੀਆਂ ਕਦੇ ਚੀਜ਼ਾਂ ਖਾਣੀਆਂ ਹੁੰਦੀਆਂ ਨੇ, ਕਦੇ ਕਦੇ ਹਫ਼ਤੇ 'ਚ ਇੱਕ ਦਿਨ ਖਵਾ ਲੈਂਦੀਆਂ, ਚਲੋ ਇਹਨਾਂ ਦਾ ਮਨ ਖੁਸ਼ ਹੈ ਵੀ ਹਾਂ ਸਾਡਾ ਬਾਪੂ ਬੇਬੇ ਸਾਨੂੰ ਕੁਛ ਖਵਾ ਦਿੰਦੇ, ਨਹੀਂ ਤਾਂ ਖਾ ਤਾਂ ਇਹਨਾਂ ਆਉਣਾ ਹੀ ਹੈ, ਅਤੇ ਤੁਸੀਂ ਵੀ ਨਾਲ ਖਾਓ ਇਹਨਾਂ ਦੇ। ਸੋ ਵੱਡੇ ਹੋਣ ਦੇ ਨਾਤੇ ਮੈਂ ਚਾਹੁੰਦਾ ਤੁਸੀਂ ਸੁਖੀ ਹੋਵੋ, ਬੱਚੇ ਨਾ ਤੁਹਾਨੂੰ ਉਲਝਾ ਲੈਣ। ਇਸ ਲਈ ਇਹ ਜ਼ਿੰਮੇਵਾਰੀਆਂ ਆਪਣੀਆਂ ਵੰਡੋ, ਥੋੜ੍ਹੀ ਜ਼ਿੰਮੇ, ਹਾਂ ਤੁਸੀਂ ਵੱਡੇ ਹੋ, ਤੁਸੀਂ ਸਿਰਫ ਗਾਈਡ ਕਰਨਾ ਉਹਨਾਂ ਨੂੰ। ਵੱਡਾ ਬੰਦਾ, ਹੁਣ ਜਿਹੜੇ ਅਫਸਰ ਹੁੰਦੇ ਨੇ ਉਹ ਕਾਹਦੇ, ਕਿਉਂ ਉਹਨਾਂ ਨੂੰ ਤਨਖਾਹ ਵੱਧ ਮਿਲਦੀ ਹੈ? ਜ਼ਿੰਮੇਵਾਰੀ ਦੀ ਮਿਲਦੀ ਹੈ ਵੀ ਤੂੰ ਕੰਮ ਲੈਣਾ ਕਰਮਚਾਰੀਆਂ ਤੋਂ। ਕੰਮ ਕਰਨਾ ਔਖਾ ਨਹੀਂ ਹੁੰਦਾ, ਕੰਮ ਲੈਣਾ ਔਖਾ ਹੁੰਦਾ। ਕੰਮ ਲੈਣਾ ਬੜਾ ਔਖਾ ਅੱਜ ਕੱਲ੍ਹ, ਕੰਮ ਲੈਣਾ ਬਸ ਇਹਨਾਂ ਦਾ। ਇਹ ਥੋੜ੍ਹਾ ਕਿ ਇਹਨਾਂ ਦੀ ਥਾਂ 'ਤੇ ਆਪ ਲੱਗੇ ਰਹੋ ਅਤੇ ਤਾਂ ਮੌਜ ਕਰਨ ਵੀ ਹਾਂ ਚਾ ਬੈਠਾ ਲੱਗਾ। ਇਹ ਬੱਚਿਆਂ ਤੋਂ ਕੰਮ ਲਓ, ਬੱਚਿਆਂ 'ਚ ਕੰਮ ਵੰਡੋ, ਉਹਨਾਂ ਨੂੰ ਕੰਮ 'ਤੇ ਲਾਓ, ਅਵਾਰਾਗਰਦੀ ਤੁਹਾਨੂੰ ਰੋਕੋ। ਇੱਕ ਟਾਈਮ ਫਿਕਸ ਕਰ ਦਿਓ ਕਿ ਇਸ ਤੋਂ ਬਾਅਦ ਅਸੀਂ ਤੁਹਾਨੂੰ ਘਰ ਨਹੀਂ ਵੜਨ ਦੇਣਾ, ਜਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਤੈਨੂੰ 10 ਵਜੇ ਤੋਂ ਬਾਅਦ ਕੀ ਕੰਮ ਸੀ। ਇਹ ਥੋੜ੍ਹਾ ਵੀ ਤੁਸੀਂ ਘਰ ਬੈਠੇ ਨੂੰ ਉਡੀਕਦੇ ਹੋ, ਇਹ ਢਾਬਿਆਂ 'ਤੇ ਬੈਠੇ ਹੋ ਅਤੇ ਖਾ ਪੀ ਰਹੇ ਨੇ ਜੀ, ਕਦੇ ਪੀਜ਼ਾ ਕਦੇ ਕੁਛ ਵੀ 11-12 ਵਜੇ ਹੀ ਖਾਣੇ, ਵੇਲੇ ਸਿਰ ਚਲੇ ਜਾਓ, ਤੁਸੀਂ ਫਿਰ ਸੁਖੀ ਰਹੋਗੇ, ਨਹੀਂ ਤਾਂ ਤੁਸੀਂ ਦੁਖੀ ਹੋ ਜਾਓਗੇ। ਠੀਕ ਹੈ, ਬਾਕੀ ਤੁਹਾਡੀ ਮਰਜ਼ੀ ਹੈ। ਅਸੀਂ ਤਾਂ ਸਿਰਫ ਕਹਿਣਾ ਹੈ, ਕਿਉਂਕਿ ਮੈਂ ਵੇਖਦਾ ਨਾ ਬੜੇ ਧਿਆਨ ਨਾਲ ਵੀ ਕੀ ਕੁਛ ਹੋ ਰਿਹਾ ਹੈ। ਵੀ ਜੇ ਸਾਡੇ ਸਤਸੰਗੀ ਇਹਨਾਂ 'ਚ ਉਲਝ ਗਏ, ਭਜਨ ਬੰਦਗੀ ਵਿਚਾਰੇ ਕਿਸ ਵੇਲੇ ਕਰਨਗੇ? ਕਿ ਚਿੰਤਾ ਹੀ ਲੱਗੀ ਰਹਿਣੀ ਬੱਚੇ ਦੀ, ਆਇਆ ਨਹੀਂ 11 ਵਜ ਗਏ, 11:30 ਵਜ ਗਏ। ਕਈ ਵਿਚਾਰੀ ਮਾਵਾਂ ਕੀ ਕਰਦੀ, ਇੱਕ 9 ਵਜੇ ਉਹ 9 ਵਜੇ ਪ੍ਰਸ਼ਾਦੇ ਬਣਾ ਕੇ ਖਵਾ ਰਹੀ ਤਾਜ਼ੇ, ਫਿਰ ਦੂਜਾ 10 ਵਜੇ, ਫਿਰ ਹੁਣ 10 ਵਜੇ ਤਾਜ਼ੇ ਖਵਾ ਰਹੀ ਹੈ, ਇੱਕ 11 ਵਜੇ, ਉਹਨੂੰ 11 ਵਜੇ ਖਵਾ ਕੇ ਹੋਵੇ ਹੈ ਵੀ ਕਿਉਂ ਵਕਤ ਫੜੀ ਹੈ ਬੀਬੀ, ਤੂੰ ਆਪਣੇ 9 ਵਜੇ ਬਣਾ ਦੇ, ਔਰ ਠੰਡੇ ਤੱਤੇ ਜੋ ਅੱਜ ਕੱਲ੍ਹ ਸਭ ਸਿਸਟਮ ਹੈਗਾ ਆਪਣੇ ਗਰਮ ਕਰਕੇ ਖਾ ਲਓ। ਮੈਂ ਤਾਂ ਬਣਾਤੇ, ਨਿਬੜਿਆ ਤੁਹਾਡਾ ਕੰਮ, ਤੁਸੀਂ ਤਾਂ ਆਰਾਮ ਕਰੋ। ਤੁਸੀਂ ਕਿਉਂ ਇੱਕ ਨੂੰ ਜੀ ਤਾਜ਼ੇ ਬਣਾ ਕੇ ਖਾਂਦੇ ਹੋ? ਸਾਡੇ ਬੇਬੇ ਇੱਕ ਜਿਹੜੇ ਕੰਧ ਦੇ ਵਿੱਚ ਅਲਮਾਰੀ ਸੀ, ਉਹਨੂੰ ਉਂਝ ਲੱਗਿਆ ਸੀ, ਲੱਕੜੀ ਉੱਤੇ ਲੱਗੇ ਹੋਏ ਸੀ, ਚਲੋ ਉਹ ਉਹਦੇ ਵਿੱਚ ਰੋਟੀਆਂ ਰੱਖਦੇ ਵੀ ਆਪਣੀ ਦੁਪਹਿਰ ਜਦ ਅੱਧੀ ਛੁੱਟੀ ਨਾ ਹੋਵੇ ਇੱਥੋਂ ਕੱਢ ਕੇ ਖਾ ਲਓ। ਇਹ ਨਹੀਂ ਮੈਂ ਅੱਧੀ ਛੁੱਟੀ ਆਇਆ ਜੇ ਸਾਨੂੰ ਤਾਜ਼ੀ ਮਿਲੇਗੀ ਨਾ ਬਣਾਤੀ ਉੱਥੇ ਖਾ ਲਓ। ਮੈਨੂੰ ਮੱਖਣ ਨਾ ਖਾਣ ਦੀ ਆਦਤ ਸੀ, ਇੱਕ ਦਿਨ ਬੇਬੇ ਭੁੱਲ ਗਈ, ਉਹਨੇ ਮੱਖਣ ਸਾਰਾ ਗਰਮ ਕਰਕੇ ਘਿਓ ਬਣਾਤਾ। ਮੈਂ ਵੀ ਮੱਖਣ ਨਹੀਂ, ਕਹਿੰਦੇ ਉਹ ਪੁੱਤ ਮੈਂ ਭੁੱਲ ਗਈ ਸਾਰਾ ਗਰਮ, ਤੂੰ ਘਿਓ ਨਾ ਖਾ ਲੈ, ਸ਼ੱਕਰ ਪਾ ਲੈ ਵਿੱਚ। ਨਾ ਮੈਂ ਤਾਂ ਮੱਖਣ ਨਾ ਖਾਣੇ। ਕਹਿੰਦੇ ਜਦੋਂ ਮੱਖਣ ਹੈ ਹੀ ਨਹੀਂ ਖਾਏਂਗੇ ਕਿ? ਮੈਂ ਰੁੱਸ ਕੇ ਚਲੇ ਗਿਆ। ਉਹਨੇ ਕਹਿੰਦੇ ਚੰਗਾ ਕਰਦੀ ਮੈਂ ਤੈਨੂੰ ਠੀਕ। ਉਹਨੇ ਰਾਤ ਨੂੰ ਮੈਨੂੰ ਰੋਟੀ ਹੋਈ ਨਹੀਂ ਪੁੱਛੀ, ਜਾਂ ਫਿਰੀ ਜਾ। ਅਗਲੇ ਦਿਨ ਸਵੇਰੇ ਵੀ ਨਹੀਂ ਪੁੱਛੀ, ਅਗਲੇ ਦਿਨ ਦੁਪਹਿਰੇ ਫਿਰ ਜਾਨ ਨਿਕਲੇ, ਫਿਰ ਜੋ ਮਿਲੀ ਉਹੀ ਖਾ ਲਈ। ਅੱਜ ਰੁੱਸਦੇ ਜੈਮਲ ਸਿੰਘ, ਮੁੜ ਕੇ ਨਹੀਂ ਰੁੱਸਿਆ। ਮੈਂ ਟੱਲੀ ਅੰਗ ਕਰਤਾ, ਮੈਂ ਇਹੋ ਜਿਹੀ ਮਾਂ ਚਾਹੀਦੀ। ਦੇਖ ਜੇ ਨਾ ਸਿੱਧੇ ਹੋਣ। ਸਰਦੀਆਂ ਦੇ ਮੌਸਮ ਉਦੋਂ ਕਿਹੜੇ ਗੁਸਲਖਾਨੇ ਹੁੰਦੇ ਸੀ, ਨਲਕਾ ਕਿਹੜਾ ਨਹਾਓ, ਜਦੇ ਊਂ ਕਰਨੀ ਨਾ ਸਰਦੀਆਂ ਸੌ ਲੱਗਦੀ। ਉਹਨੇ ਗੋਲ ਡੰਡਾ ਕੱਪੜੇ ਧੋ ਰੱਖੇ, ਇੱਕ ਮਾਰਨਾ ਖੁੱਚਾਂ 'ਤੇ। ਨਹਾਉਣੇ ਹੋ ਕਿ ਨਹੀਂ ਨਹਾਉਂਦੇ, ਦੂਜੇ ਟੱਲੀ ਅੰਗ ਉਂਝੀ ਹੋ ਜਾਂਦੇ ਸਨ। ਮੈਂ ਸੋਚਦਾ ਉਹ ਵਿਚਾਰੀ ਕੀ ਕਰਦੀ, 8 ਦੇ ਜਵਾਕ ਸਨ, 2 ਆਪ ਸਨ, ਇੰਨੇ ਨੂੰ ਕੀ ਕਰੇਗਾ ਵੀ ਡੰਡੇ ਨਾਲ ਹੀ ਠੀਕ ਹੋਣ। ਟੱਲੀ ਆ ਕੇ ਰੱਖੇ। ਮੈਨੂੰ ਆਪਣੀ ਮਾਂ ਯਾਦ ਆਉਂਦੀ, ਮੈਂ ਉਦਾਹਰਨਾਂ ਦਿੰਦਾ ਰਹਿੰਦਾ। ਸਖਤ ਜ਼ਰੂਰ ਸੀ ਉਹ, ਪਰ ਠੀਕ ਰੱਖੇ ਉਹਨੇ, ਕਿਉਂ ਆਦਤਾਂ ਠੀਕ ਪਾਈਆਂ। ਸਿਰਫ ਆਪਣੀ ਮਾਂ ਤੋਂ ਬਿਨਾਂ ਮੈਂ ਕਿਸੇ ਹੋਰ ਨੂੰ ਵੇਖਿਆ। ਉਹ ਜੇ ਕੱਪੜੇ ਧੋ ਕੇ ਹਟਦੀ ਸੀ, ਕੱਪੜੇ ਸੁੱਕ ਜਾਂਦੇ ਸਨ, ਫਿਰ ਬਟਨ ਚੈੱਕ ਕਰਦੇ ਸੀ ਵੀ ਕਮੀਜ਼ ਦੇ ਅਗਲੇ ਬਟਨ ਠੀਕ ਨੇ, ਬਾਹਾਂ ਵਾਲੇ ਠੀਕ ਨੇ, ਕਿਤੋਂ ਕਮੀਜ਼ ਪਜਾਮਾ ਇਹਨਾਂ ਦਾ ਉਧੜਿਆ ਤਾਂ ਨਹੀਂ। ਉਸ ਤੋਂ ਬਾਅਦ ਫਿਰ ਜਿਹੜਾ ਹੈ ਪ੍ਰੈਸ ਪ੍ਰੁਸ ਕਰ ਰਹੇ ਨੇ। ਹੁਣ ਤਾਂ
ਪਾਉਣ ਲੱਗੋ ਤੇ ਕਦੇ ਬਟਨ ਟੁੱਟਾ ਹੁੰਦਾ ਤੇ ਕਦੇ ਕੁਛ ਉਧੜਦਾ। ਜਿਨ੍ਹਾਂ ਬੀਬੀਆਂ ਦੇ ਆਪਣੇ ਮਗਰੋਂ ਕਮੀਜ਼ ਉਧੜੀ ਉਹਨੇ ਘਰ ਵਾਲੇ ਦੇ ਕੀ ਸੁਆਹ ਸਿਉਣੀ ਹੈ। ਮੈਂ ਕਈ ਦੇਖ ਮੈਂ ਨਾ ਇਹਦਾ ਤਾਂ ਆਪਣੇ ਕਮੀਜ਼ ਉਧੜਿਆ ਹੋਇਆ, ਇਹਨੇ ਘਰ ਵਾਲੇ ਦਾ ਕੀ ਸਿਉਣਾ ਹੈ। ਨਾ ਸਾਨੂੰ ਬਹਿਣਾ ਆਉਂਦਾ ਤੇ ਜੇ ਬਹਿ ਕੇ ਉੱਠਦੀ ਸਾਨੂੰ ਖੜਾ ਨਹੀਂ ਹੋਣਾ ਹੁੰਦਾ। ਕਈ ਵਾਰ ਬੜੀ ਸੰਗ ਲੱਗਦੀ ਆਪ ਨੂੰ, ਜੇ ਬੀਬੀ ਮੱਥਾ ਟੇਕ ਕੇ ਜਾ ਰਹੀ ਹੁੰਦੀ ਵਾਪਸ ਬੀਬੀ ਆਪਣਾ ਮਗਰੋਂ ਕੱਪੜਾ ਠੀਕ ਨਹੀਂ ਕਰਦੀ। ਉੱਠੋ, ਆਪਣਾ ਅੱਗੋਂ ਪਿੱਛੋਂ ਕਮੀਜ਼ ਠੀਕ ਕਰੋ, ਫਿਰ ਤੁਰੋ। ਆਪ ਜੀ ਨੂੰ ਬੇਨਤੀ ਜਿਹੜੇ ਵੀ ਸੁਣ ਰਹੇ ਨੇ ਖਿਆਲ ਰੱਖੀਦਾ। ਅੱਛਾ ਜਿਹਾ ਨਹੀਂ ਲੱਗਦਾ ਹੈ ਕਮੀਜ਼ ਜਿਹੜਾ ਫਸਿਆ ਹੋਇਆ ਕਿਤੇ ਸਰੀਰ 'ਚ। ਸੋ ਗੁਰੂ ਮਹਾਰਾਜ ਕਹਿੰਦੇ ਛੱਛਾ ਇਹ ਛਤਰਪਤ ਪਸ, ਛੱਕ ਹੀ ਨਾ ਰਹੋ ਛਾੜ ਕੇ ਨਾ ਸ। ਛਤਰਪਤ ਪਸ, ਛਤਰਪਤੀ ਪਰਮਾਤਮਾ ਨੂੰ ਕਹਿੰਦੇ। ਉਹ ਤਾਂ ਉਹ ਰਾਜਾ ਜਿਹੜਾ ਬਹੁਤ ਵੱਡਾ ਰਾਜਾ ਉਹਨੂੰ ਛਤਰਪਤੀ ਕਹਿੰਦੇ, ਭਾਵ ਪਰਮਾਤਮਾ। ਪਰਮਾਤਮਾ ਵਾਲਾ ਪਾਸਾ ਨਹੀਂ ਛੱਡੀਦਾ ਹੁੰਦਾ। ਛੱਕ ਕੇ ਖੁਸ਼ ਰਹਿ ਕੇ, ਛੱਕ ਕੇ ਨਾ ਰਹੋ। ਖੁਸ਼ ਕਿਉਂ ਨਹੀਂ ਰਹਿੰਦੇ ਕਹਿੰਦੇ ਤੁਸੀਂ? ਰੱਬ ਵਾਲੇ ਪਾਸਾ ਫੜ ਕੇ ਤੁਸੀਂ ਕਹਿੰਦੇ ਖੁਸ਼ ਕਿਉਂ ਨਹੀਂ ਹੁੰਦੇ? ਛੱਡ ਕੇ ਨਾ, ਆਸ ਨਹੀਂ ਛੱਡਣੀ ਚਾਹੀਦੀ। ਰੱਬ ਵਾਲਾ ਪਾਸਾ ਨਹੀਂ ਛੱਡਣਾ ਚਾਹੀਦਾ, ਉਮੀਦ ਨਹੀਂ ਛੱਡਣੀ ਚਾਹੀਦੀ। ਸੋ ਖੁਸ਼ ਹੋ ਕੇ ਪਾਸਾ ਫੜੀ ਰੱਖਣਾ ਹੁੰਦਾ। ਰੇ ਮਨ ਮੈਂ ਤਾਂ ਛਿਨ ਛਿਨ ਸਮਝਾਵਾਂ। ਹੁਣ ਮੈਂ ਆ ਗਿਆ ਨਾ, ਜਦੋਂ ਮੈਂ ਆ ਜੇ, ਤੂੰ ਆ ਜੇ, ਹੋਂ ਆ ਜੇ, ਅੱਗੇ ਕਿਰਿਆ ਜਿਹੜੀ ਵਰਤਮਾਨ ਹੋਵੇ। ਸ਼ਰਤ ਹੈ ਕਿ ਕਿਰਿਆ ਵਰਤਮਾਨ ਹੋਣੀ ਚਾਹੀਦੀ ਹੈ। ਫਿਰ ਉਹ ਬਿੰਦੀ ਨਾ ਬੋਲੀ ਜਾਂਦੀ। ਸਮਝਾਵਾਂ, ਮੈਂ ਆ ਗਿਆ ਨਾ। ਰੇ ਮਨ ਮੈਂ ਤਾਂ ਛਿਨ ਛਿਨ ਸਮਝਾਵਾਂ। ਜਿਵੇਂ 9ਵੇਂ ਮਹਿਲੇ ਦੇ ਜਿੰਨੇ ਸ਼ਲੋਕ ਨੇ ਉਹ ਸਾਰੇ ਮਨ ਨੂੰ ਸੰਬੋਧਨ ਕੀਤੇ ਹੋਏ ਨੇ। ਉੱਥੇ ਸਾਰੇ ਮਨ ਨੂੰ ਸੰਬੋਧਨ ਕੀਤੇ। ਉੱਥੇ ਤੂੰ ਦੀ ਭਾਵ ਹੈ, ਉੱਥੇ ਤੂੰ ਦੀ ਭਾਵਨਾ ਹੈ। ਇਸ ਲਈ ਅੱਗੇ ਕਿਰਿਆਵਾਂ ਬੜੇ ਧਿਆਨ ਨਾਲ ਪੜ੍ਹਨੀ ਹੁੰਦੀਆਂ ਨੇ। ਰੇ ਮਨ ਮੈਂ ਤਾਂ ਛਿਨ ਛਿਨ ਸਮਝਾਵਾਂ। ਹੇ ਮਨਾ ਮੈਂ ਤੈਨੂੰ ਹਰ ਵਕਤ ਸਮਝਾਉਂਦਾ ਹਾਂ। ਕੀ ਸਮਝਾਉਣਾ? ਤਾਹੇ ਛਾੜ ਕਤ ਆਪ ਬੰਧਾਵਾ। ਹੇ ਮਨਾ ਤੂੰ ਰੱਬ ਨੂੰ ਛੱਡ ਕੇ ਆਪ ਕਿਉਂ ਇਹਨਾਂ ਜੰਜਾਲਾਂ 'ਚ ਫਸਿਆ ਹੋਇਆ ਹੈ? ਆਪ ਕਿਉਂ ਫਸਿਆ ਹੋਇਆ? ਰੱਬ ਨੂੰ ਛੱਡ ਬੈਠੇ, ਕੁਦਰਤੀ ਗੱਲ ਹੈ। ਫਿਰ ਜੇ ਅਸੀਂ ਰੱਬ ਨੂੰ ਛੱਡ ਪਾਵਾਂਗੇ ਫਿਰ ਮਾਇਆ ਦੇ ਜੰਜਾਲ ਸਾਡੇ ਗਲ ਪੈ ਜਾਣਗੇ। ਫਿਰ ਤੂੰ ਕਹਿੰਦਾ ਆਪ ਹੀ ਆਪਾਂ ਨੂੰ ਬੰਧਾ ਰਿਹਾ, ਆਪ ਹੀ ਫਸ ਰਿਹਾ। ਜੱਜਾ ਜੋ ਤਨ ਜੀਵਤ ਜਰਾਵੇ, ਜੋਬਨ ਜਾਰ ਜੁਗਤ ਸੋ ਪਾਵੇ। ਕਹਿੰਦੇ ਜਿਹੜਾ ਜਿਉਂਦਿਆਂ ਹੀ ਆਪਣੇ ਸਰੀਰ ਨੂੰ ਸਾੜ ਲੈਂਦਾ ਹੈ, ਜਰਾਵੇ ਹੁੰਦਾ ਸਾੜਨਾ, ਜਲਾਉਣਾ। ਜਿਹੜਾ ਆਪਣੇ ਤਨ ਨੂੰ ਜਿਉਂਦਾ ਹੀ ਸਾੜ ਲੈਂਦਾ ਹੈ, ਇਹ ਨਾ ਕਿਤੇ ਕਹੇ ਵੀ ਅੱਗ ਬਾਲ ਤੇ ਵਿੱਚ ਸੜ ਜਾਓ, ਉਹ ਭਾਵ ਨਹੀਂ। ਤਨ ਨੂੰ ਸਾੜਨ ਦਾ ਮਤਲਬ ਆਪਣੀ ਜਿਹੜੀ ਇੱਛਾਵਾਂ ਨੇ, ਸੰਸਾਰ ਕੀ ਇੱਛਾਵਾਂ, ਮਾਇਆ ਕੀ ਇੱਛਾਵਾਂ, ਉਹਨਾਂ ਨੂੰ ਜਿਉਂਦੇ ਜੀ ਹੀ ਸਾੜ ਲੈਣਾ ਅੰਦਰੋਂ। ਜੋਬਨ ਜਾਰ ਜੁਗਤ ਸੋ ਪਾਵਾ। ਜਿਹੜਾ ਜੋਬਨ ਜਵਾਨੀ ਦੀਆਂ ਲਹਿਰਾਂ ਹੁੰਦੀਆਂ, ਕਹਿੰਦੇ ਜਵਾਨੀ ਮਸਤਾਨੀ ਹੁੰਦੀ ਹੈ। ਜਵਾਨੀ ਮਸਤਾਨੀ ਹੁੰਦੀ ਹੈ। ਜਵਾਨੀ ਦੀਆਂ ਆਪਣੀਆਂ ਲਹਿਰਾਂ ਨੇ। ਜਵਾਨੀ 'ਚ ਬੰਦਾ ਮੋਢੇ ਤੋਂ ਥੁੱਕਦਾ, ਜਵਾਨੀ 'ਚ ਬੰਦਾ ਮੋਢੇ ਤੋਂ ਥੁੱਕਦਾ। ਅੰਦਰ ਜਵਾਨੀ ਦੀਆਂ ਤਰੰਗਾਂ ਹੁੰਦੀਆਂ, ਉਹਨਾਂ ਨੂੰ ਸਾੜ ਕੇ ਜਾਰ, ਜਵਾਨੀ ਦੀਆਂ ਤਰੰਗਾਂ ਨੂੰ ਸਾੜ ਕੇ ਜੁਗਤ ਸੋ ਪਾਵੇ। ਉਹਨੂੰ ਪਰਮਾਤਮਾ ਨੂੰ ਮਿਲਣ ਦੀ ਜੁਗਤੀ ਆਉਂਦੀ ਹੈ। ਵੀ ਰੱਬ ਨੂੰ ਮਿਲਣਾ ਕਿਵੇਂ ਹੈ? ਆਸ ਜਰ ਪਰ ਜਰ ਜਬ ਰਹਿ, ਆਸ ਜਰ ਇਹ ਮੇਰਾ ਹੈ, ਅੰਦਰੋਂ ਮੇਰਾਪਣ ਛੱਡਣਾ ਹੈ। ਪਰ ਜਰ ਇਹ ਬਗਾਨਾ ਹੈ, ਉਹਨੂੰ ਵੀ ਸਾੜਨਾ, ਜਰ ਬਣਾ ਸਾੜਨਾ। ਮੈਂ ਭਾਵ ਵੀ ਸਾੜਨਾ ਹੀ ਆਉਂਦਾ, ਜੇ ਦੂਜਾ ਭਾਵ ਹੈ ਉਹ ਵੀ ਸਾੜਨਾ ਹੈ। ਜਦੋਂ ਕਹਿੰਦਾ ਸਾੜ ਕੇ ਜਰ, ਸਾੜ ਕੇ ਜਬ ਰਹਿ, ਜਦੋਂ ਰਹਿੰਦਾ ਨਾ ਤਬ ਜਾਏ ਜੋ ਜੋਤ ਉਜਾਰੋ ਲਹਿ। ਜਾਏ ਮੈਨੇ ਰੱਬ, ਫਿਰ ਰੱਬ ਦੀ ਜੋਤ ਦਾ ਉਜਾਲਾ ਜਿਹੜਾ ਹੈ ਉਹਦੇ ਅੰਦਰ ਹੋ ਜਾਂਦਾ। ਰੱਬੀ ਜੋਤ ਦਾ ਚਾਨਣ ਜਿਹੜਾ ਹੈ ਉਹਦੇ ਅੰਦਰ ਹੋ ਜਾਂਦਾ ਹੈ। ਸੋ ਸਤਿਕਾਰਯੋਗ ਸਾਧ ਸੰਗਤ, ਜਿਹੜਾ ਕਬੀਰ ਸਾਹਿਬ ਦੀ ਬਾਣੀ ਸਾਰੇ ਭਗਤਾਂ 'ਚ ਔਖੀ ਬਾਣੀ ਹੈ ਵੀ ਸਾਰੇ ਭਗਤ ਸਭ ਤੋਂ ਵੱਧ ਬਾਣੀ ਕਬੀਰ ਸਾਹਿਬ ਦੀ ਹੈ। ਇਹਨਾਂ ਸਾਰੀ ਜਿਹੜੀ ਬਾਣੀ ਹੈ ਨਾ, ਇਹ ਸਾਰੇ ਇਹਨੂੰ ਰਹੱਸਮਈ ਕਹਿੰਦੇ ਨੇ। ਸਿੱਧੇ ਅਰਥ ਹੋਰ ਨੇ, ਭਾਵ ਅਰਥ ਹੋਰ ਨੇ।
ਰਹੱਸਮਈ ਬਾਣੀ ਨੂੰ ਸਮਝਣ ਲਈ ਬੜੇ ਹੀ ਯਤਨ ਦੀ ਲੋੜ ਹੁੰਦੀ ਹੈ, ਬੜੀ ਸਾਵਧਾਨਤਾ ਦੀ ਲੋੜ ਹੁੰਦੀ ਹੈ। ਇੱਕ ਕਿਉਂਕਿ ਇਹ ਪੰਜਾਬੀ ਨਹੀਂ ਹੈ, ਇਹ ਯੂਪੀ ਦੇ ਸਨ, ਉਹ ਸਾਰੇ ਹਿੰਦੀ ਨੇ। ਫਿਰ ਅੱਜ ਦੀ ਹਿੰਦੀ ਨਹੀਂ ਹੈ, ਉਹ ਪੇਂਡੂ ਹਿੰਦੀ ਹੈ। ਕਬੀਰ ਸਾਹਿਬ ਕਿਹੜਾ ਕੋਈ ਸਕੂਲ ਜਾਂ ਕਾਲਜ ਪੜ੍ਹਨ ਗਏ? ਤੁਸੀਂ ਸੋਚੋਗੇ ਵੀ ਜਦੋਂ ਪੜ੍ਹਨ ਹੀ ਨਹੀਂ ਗਏ ਤਾਂ ਇਹੋ ਜਿਹੀ ਬਾਣੀ ਕਿਵੇਂ ਲਿਖਤੀ? ਤੁਸੀਂ ਹੈਰਾਨ ਹੋਗੇ। ਅਨਪੜ੍ਹ ਬੰਦਾ ਉਹਦੀ ਬਾਣੀ ਤੇ ਅੱਜ ਦੇ ਪ੍ਰੋਫੈਸਰ PhD ਕਰ ਰਹੇ ਨੇ। ਕਮਾਲ ਨਹੀਂ ਹੈ? ਅਨਪੜ੍ਹ ਹੋਵੇ ਬੰਦਾ, ਮੰਦਰ 'ਚ ਅਗਲੇ ਨੂੰ ਕੋਈ ਵੜਨ ਨਾ ਦੇਵੇ, ਪੜ੍ਹਾਉਣਾ ਤਾਂ ਕਿੱਥੇ ਸੀ, ਵੜਨ ਨਹੀਂ ਸੀ ਦਿੰਦੇ, ਅਛੂਤ ਬਾਹਰ ਨਿਕਲੋ। ਫਿਰ ਤੁਸੀਂ ਕਹੋਗੇ ਫਿਰ ਬਾਣੀ ਕਿਵੇਂ ਆ ਗਈ? ਮਰਦਾਨਾ ਜੀ ਰਵਾ ਵਜਾਓ, ਬਾਣੀ ਆਈ ਹੈ, ਬਸ ਆਉਂਦੀ ਹੈ। ਛੋਟੇ ਹੁੰਦਿਆਂ 9ਵੀਂ 10ਵੀਂ 'ਚ ਹੋਣਾ ਮੈਂ ਰਮਾਇਣ ਪੜ੍ਹੀ ਨਾ, ਉਹ ਵੇਖੀ ਫਿਲਮ, ਜਿਹੜੇ ਸਨ ਆਪਣੇ ਰਿਸ਼ੀ ਵਾਲਮੀਕ ਜੀ। ਹੁਣ ਇਹਨਾਂ ਨੂੰ ਹੋ ਗਿਆ ਬ੍ਰਹਮ ਗਿਆਨ, ਹੁਣ ਇਹਨਾਂ ਨੇ ਲਿਖਣਾ ਸੀ। ਉਦੋਂ ਮੋਰ ਪੰਖ ਹੁੰਦੇ ਸੀ ਖੰਭ, ਉਹਦੇ ਨਾਲ ਲਿਖਦੇ ਸਨ। ਸਿਆਹੀ ਵੀ ਕੋਲ ਹੈ, ਮੋਰ ਪੰਖ ਵੀ ਕੋਲ ਹੈ, ਕਾਗਜ਼ ਵੀ ਸਾਹਮਣੇ ਹੈਗਾ। ਭੋਜ ਪੱਤਰ ਹੁੰਦੇ ਸੀ, ਅੱਜ ਦੇ ਕਾਗਜ਼ ਨਹੀਂ ਸਨ ਹੁੰਦੇ। ਭੋਜ ਪੱਤਰ, ਭੋਜ ਇੱਕ ਦਰਖਤ ਹੈ, ਚੌੜੇ ਪੱਤੇ ਹੁੰਦੇ ਸੀ, ਉਹਦੇ ਉੱਤੇ ਲਿਖਿਆ ਕਰਦੇ ਸੀ। ਉਹ ਵੀ ਪਿਆ ਸਾਹਮਣੇ, ਫਿਲਮ 'ਚ ਮੈਂ ਵੇਖ ਰਿਹਾ। ਉਹ ਐਂ ਕਰਦੇ ਨੇ, ਭਾਵਨ ਰੱਬੀ ਗਿਆਨ ਤੇ ਔੜ ਰਿਹਾ, ਲਿਖਣਾ ਨਹੀਂ ਆ ਰਿਹਾ। ਜਦੋਂ ਪੜ੍ਹੇ ਹੀ ਨਹੀਂ ਤੇ ਲਿਖਣਾ ਕਿਹਨੂੰ ਆਉਣਾ ਸੀ? ਤੁਸੀਂ ਆਪ ਸੋਚੋ। ਰੱਬੀ ਗਿਆਨ ਆ ਰਿਹਾ ਹੈ, ਉਹ ਐਂ ਕਰੀ ਜਾਂਦੇ ਨੇ, ਲਿਖਣਾ ਨਹੀਂ ਆਉਂਦਾ, ਬਸ ਇੱਕਦਮ ਲਿਖਣਾ ਸ਼ੁਰੂ ਕਰਤਾ ਬਸ। ਇਸ ਲਈ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਉਹਨਾਂ ਨੂੰ ਸਕੂਲਾਂ ਸਕਾਲਾਂ 'ਚ ਪੜ੍ਹਨ ਦੀ ਲੋੜ ਨਹੀਂ ਹੁੰਦੀ, ਉਹ ਧੁਰੋਂ ਹੀ ਪੜ੍ਹ ਕੇ ਆਏ ਹੁੰਦੇ ਨੇ। ਹੁਣ ਧੁਰੋਂ ਪੜ੍ਹ ਕੇ ਆਏ ਨੇ ਤੇ ਮੈਂ ਕਈ ਵਾਰੀ ਸੋਚਦਾ, ਬੰਦਾ ਹੋਵੇ ਅਨਪੜ੍ਹ ਹੈ, ਨਾ ਸਕੂਲੇ ਪੜ੍ਹਿਆ, ਨਾ ਕਿਸੇ ਸਕੂਲੇ ਗਿਆ, ਨਾ ਉਹਨੂੰ ਕਿਸੇ ਸਕੂਲ 'ਚ ਕਿਸੇ ਨੇ ਜਾਣ ਦਿੱਤਾ। ਉਦੋਂ ਸਕੂਲ ਮੰਦਰ ਹੁੰਦੇ ਸਨ, ਮੰਦਰਾਂ 'ਚ ਹੀ ਲੋਕ ਪੜ੍ਹਿਆ ਕਰਦੇ ਸਨ। ਆਮ ਕਹਾ ਤੂੰ ਕਿੱਥੋਂ ਤੱਕ ਪੜ੍ਹਿਆ? ਕਹਿੰਦਾ ਮੈਂ ਗੁਰਦੁਆਰੇ ਤੱਕ ਪੜ੍ਹਿਆ, ਵੀ ਬਸ ਭਾਈ ਨੇ ਜਿੰਨਾ ਕੁ ਸਿਖਾਤਾ। ਉੱਥੇ ਤਾਂ ਵੜਨੇ ਨਾਮਦੇਵ ਵਰਗੇ ਫੜ ਕੇ ਕੱਢਤਾ ਸੀ, ਕਿੱਥੇ ਆ ਕੇ ਤੂੰ? ਕਬੀਰ ਸਾਹਿਬ ਤੋਂ ਉਦੋਂ ਵੀ ਪਹਿਲਾਂ ਦੇ ਹੋਏ ਨੇ, ਇੰਨਾ ਹਾਲ ਮਾੜਾ ਸੀ। ਬਸ ਫਿਰ ਉੱਥੋਂ ਫਿਰ ਮੈਨੂੰ ਖਿਆਲ ਆਇਆ, ਮੈਂ ਯਾਰ ਕਮਾਲ ਹੈ ਬਈ, ਮੈਂ ਦੇਖ ਰਿਹਾ ਐਕਸ਼ਨ ਫਿਲਮ 'ਚ, ਉਹ ਐਂ ਹੱਥ ਉਹਨਾਂ ਦਾ ਕਰ ਰਿਹਾ ਹੈ। ਮੈਂ ਵੀ ਇਹਨਾਂ ਨੂੰ ਨਾ ਔੜ ਰਿਹਾ ਗਿਆਨ, ਲਿਖਣਾ ਨਹੀਂ ਆਉਂਦਾ ਹੈਗਾ, ਪਰ ਉਹ ਲੱਗ ਕੇ ਫਿਰ ਲਿਖਣ। ਅਤੇ ਮੈਂ ਕਈ ਵਾਰ ਬੈਠਾ ਆਰਾਮ, ਮੈਂ ਕਮਾਲ ਦੇ ਤੁਸੀਂ ਉਹ ਭਗਤ ਹੋ, ਉਹ ਤੁਸੀਂ ਅਨਪੜ੍ਹ ਹੈ, ਤੁਹਾਡੀ ਲਿਖੀ ਬਾਣੀ 'ਤੇ ਅੱਜ ਕੱਲ੍ਹ ਲੋਕ PhD ਕਰ ਰਹੇ ਨੇ। ਕਿਆ ਬਾਤ ਹੈ, ਕਿੱਥੇ ਗਿਆਨ? ਇਸ ਲਈ ਇਹਨਾਂ ਦਾ ਜਿਹੜਾ ਗਿਆਨ ਹੈ ਇਹ ਰਹੱਸਮਈ ਹੈ, ਜਿਹਦੇ ਅੰਦਰ ਭੇਦ ਹੈ। ਸਿੱਧਾ ਹੋਰ ਹੁੰਦੀ ਹੈ, ਕਵਿਤਾ ਹੋਰ, ਸਿੱਧੀ ਹੋਰ ਹੁੰਦੀ ਹੈ। ਆਪਣੇ ਕਈ ਗੁਰੂਆਂ ਦੀ ਬਾਣੀ ਆਪਾਂ ਨੂੰ ਸਿੱਧੀ ਸਮਝ ਆਉਂਦੀ ਨਾ, ਬਹੁਤ ਸਾਰੀ ਬਾਣੀ ਸਿੱਧੀ ਵੀ ਸਮਝ ਆਉਂਦੀ ਹੈ। ਪੰਜਵੇਂ ਪਾਤਸ਼ਾਹ ਨੇ ਬਹੁਤ ਸੌਖੀ ਬਾਣੀ ਲਿਖੀ ਹੈ, ਤੀਜੇ ਨੇ ਵੀ ਸੌਖੀ ਲਿਖੀ ਹੈ, ਦੂਜੇ ਚੌਥੇ ਨੇ ਵੀ ਸੌਖੀ ਲਿਖੀ ਹੈ। 10ਵੇਂ ਪਾਤਸ਼ਾਹ ਦੀ ਬਾਣੀ ਔਖੀ ਸੀ, ਹੁਣ ਬੜੀ ਔਖੀ ਹੈ। ਉਹ ਤਾਂ ਸੰਸਕ੍ਰਿਤ ਅਤੇ ਫਾਰਸੀ, ਪੰਜਾਬੀ ਤਾਂ ਲਿਖੀ ਨਹੀਂ। ਪੰਜਾਬੀ 2 ਲਾਈਨਾਂ ਸਿਰੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਮੁਰੀਦ ਵੀ ਫਾਰਸੀ ਦਾ ਸ਼ਬਦ ਹੈ। ਉਹਨੂੰ ਪੰਜਾਬੀ ਲਿਖੀ। ਮੈਂ ਕਈ ਵਾਰੀ ਬੈਠਾ ਸੋਚਦਾ, ਸੱਚੇ ਪਾਤਸ਼ਾਹ ਵੀ ਤੁਹਾਡੇ ਉਦੋਂ ਸਿੱਖ ਤਾਂ ਹੈ ਨਹੀਂ, ਅਨਪੜ੍ਹ ਸਨ ਜੀ। ਤੁਸੀਂ ਇਹ ਸੰਸਕ੍ਰਿਤ ਲਿਖਤੀ, ਤੁਸੀਂ ਫਾਰਸੀ ਲਿਖਤੀ। ਅੱਜ ਵੀ ਸਾਨੂੰ ਨਹੀਂ ਸਮਝ ਆਉਂਦੀ ਜੋ ਉਹਨਾਂ ਦਾ ਜਾਪ ਸਾਹਿਬ ਹੈ। ਅਤੇ ਜਿਹਨੇ ਪੜ੍ਹੇ, ਜਿੰਨਾ ਚਿਰ ਤੁਸੀਂ ਕਿਤੋਂ ਅਰਥ ਸਿੱਖੇ ਨਹੀਂ ਜਾਂ ਅਰਥ ਪੜ੍ਹੇ ਨਹੀਂ, ਸਮਝ ਲੈ ਇੱਕ ਲਾਈਨ ਨਹੀਂ ਸਮਝਦੀ ਜਾਪ ਸਾਹਿਬ ਦੀ। ਵੀ ਉਦੋਂ ਤਾਂ ਵਿਚਾਰੇ ਸਿੱਖ ਅਨਪੜ੍ਹ ਸਨ। ਮੈਂ ਸੱਚੇ ਪਾਤਸ਼ਾਹ ਤੁਸੀਂ ਕਿਹਨਾਂ ਲਈ ਲਿਖਦੇ ਹੋ ਜੀ? ਪਰ ਤੁਸੀਂ ਹੈਰਾਨ ਹੋਵੋਗੇ, ਉਦੋਂ ਇੰਨੀ ਸ਼ਰਧਾ ਭਾਵਨਾ। ਜਿਹੜੇ 5 ਪਿਆਰੇ ਉਹਨਾਂ ਚੁਣੇ ਪਹਿਲੇ, ਉਹ ਪੰਜੇ ਉਹਨਾਂ ਨੂੰ ਨਿਤਨੇਮ ਦੀ ਬਾਣੀਆਂ ਆਉਂਦੀਆਂ ਸਨ। ਹੈਰਾਨੀ ਦੀ ਗੱਲ ਤਾਂ ਇਹ ਹੈ ਨਾ ਬਈ 5 ਪਿਆਰੇ ਹੀ ਅੱਡ ਥਾਵਾਂ ਦੇ ਨੇ। ਇੱਕ ਲਾਹੌਰ ਦਾ ਹੈ, ਇੱਕ ਦਿੱਲੀ ਦਾ ਹੈ, ਇੱਕ ਗੁਜਰਾਤ ਦਾ ਹੈ, ਇੱਕ ਉੜੀਸਾ ਦਾ ਹੈ, ਇੱਕ ਕਰਨਾਟਕ ਦਾ ਹੈ। ਮਾਤ ਬੋਲੀਆਂ ਅੱਡ ਨੇ, ਪਰ 5 ਦੇ 5 ਪਿਆਰਿਆਂ ਨੂੰ ਨਿਤਨੇਮ ਆਉਂਦਾ ਸੀ। ਤਾਂ ਹੀ ਉਹਨਾਂ ਨੇ ਅੰਮ੍ਰਿਤ ਛਕਾਇਆ 10ਵੇਂ ਪਾਤਸ਼ਾਹ ਨੂੰ, ਅਤੇ ਬਾਕੀਆਂ 10ਵੇਂ ਪਾਤਸ਼ਾਹ ਡਿਊਟੀ ਲਾਤੀ ਕਿ ਬਾਕੀ ਜਿੰਨੀ ਸੰਗਤ ਸੀ ਨਾ 20,000 ਬੰਦਿਆਂ ਨੇ ਉਦੋਂ ਅੰਮ੍ਰਿਤ ਛਕਿਆ ਸੀ। 99 ਦੀ ਵਿਸਾਖੀ ਨੂੰ ਉਹਨਾਂ 5 ਪਿਆਰਿਆਂ ਨੇ ਛਕਾਇਆ ਸੀ।
ਇਹਦਾ ਮਤਲਬ ਯਾਦ ਕਰਨ ਦਾ ਤਾਂ ਬੜਾ ਸ਼ੌਕ ਸੀ, ਬਾਣੀ ਯਾਦ ਕਰਨ ਦਾ ਬੜਾ ਸ਼ੌਕ ਸੀ। ਅੱਜ ਅਸੀਂ ਪੜ੍ਹ ਲਿਖ ਗਏ ਹਾਂ, ਸਾਨੂੰ ਅਸੀਂ ਯਾਦ ਨਹੀਂ ਕਰਦੇ, ਚੱਲ ਗੁਟਕਾ ਹੋ ਗਿਆ ਇੱਥੋਂ ਪੜ੍ਹ ਲਾਂਗੇ, ਹੁਣ ਤਾਂ ਮੋਬਾਈਲ ਹੋ ਇੱਥੋਂ ਪੜ੍ਹ ਲਾਂਗੇ। ਹੁਣ ਬਾਣੀ ਜਿਹੜਾ ਹੈ, ਹੁਣ ਸਾਡੇ ਕੀਰਤਨੀਆਂ ਨੂੰ ਵੀ ਬਾਣੀ ਨਹੀਂ ਆਉਂਦੀ, ਉਹ ਵੀ ਅੱਗੇ ਰੱਖਿਆ ਹੁੰਦਾ ਹੈ, ਹਾਂ ਉਹਨੇ ਮੋਬਾਈਲ ਅੱਗੇ ਰੱਖਿਆ ਹੁੰਦਾ, ਕਿਉਂਕਿ ਸਰਜਨ ਦਾ ਬਿਨਾਂ ਯਾਦ ਕੀਤੇ। ਅਤੇ ਉਹ ਲੋਕ ਕਿੰਨੇ ਕਮਾਲ ਦੇ ਲੋਕ ਸਨ। ਹਾਂਜੀ, ਕਈ ਵਾਰ ਬੈਠਾ ਮੈਂ ਸੋਚੀ ਜਾਂਦਾ, ਮੈਂ ਕਿਆ ਕਮਾਲ ਦੇ ਲੋਕ ਨੇ ਵੀ ਸਕੂਲਾਂ 'ਚ ਪੜ੍ਹੇ ਹੀ ਨਹੀਂ ਹੈਗੇ, ਪੰਜੇ ਪਿਆਰੇ ਜਿਹੜੇ ਨੇ, ਅਤੇ ਨਿਤਨੇਮ ਸਾਰਾ ਹੀ ਪੰਜੇ ਦੀਆਂ ਪੰਜੇ ਬਾਣੀਆਂ ਯਾਦ ਸਨ, ਤਾਂ ਉਹਨਾਂ ਅੰਮ੍ਰਿਤ ਤਿਆਰ ਕੀਤਾ। ਸੋ ਗੁਰੂ ਮਹਾਰਾਜ ਕਿਰਪਾ ਕਰਨ। ਤਾਂ ਆਪਾਂ ਨੂੰ ਇਸ 'ਤੇ ਥੋੜ੍ਹਾ ਟਾਈਮ ਲੱਗੇ ਕਬੀਰ ਸਾਹਿਬ ਦੀ ਬਾਣੀ 'ਤੇ, ਕਿਉਂਕਿ ਇਹ ਰਹੱਸਮਈ ਬਾਣੀ ਹੈ, ਇਹ ਸਮਝਾਉਣ ਲਈ ਇਹਨੂੰ ਟਾਈਮ ਲੱਗਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਯਾਦ ਕਰਾਇਆ ਜਾਂਦਾ ਹੈ ਕਿ ਕੱਲ੍ਹ ਤੋਂ ਸੰਥਿਆ ਸ਼ੁਰੂ ਹੋ ਰਹੀ ਹੈ। ਸੋ ਜਿਨ੍ਹਾਂ ਨੇ ਪਾਠ ਸਿੱਖਣਾ ਹੋਵੇ ਕੱਲ੍ਹ ਸ਼ਾਮੀ 6 ਵਜੇ ਪਹੁੰਚੇ, 6 ਤੋਂ 7। ਅਤੇ ਜਿਹੜੀ ਕਥਾ ਹੈ ਕੱਲ੍ਹ ਤੋਂ 7:15 ਵਜੇ ਤੋਂ ਲੈ ਕੇ 8:15 ਵਜੇ ਤੱਕ ਹੋਇਆ ਕਰੇਗੀ। ਵਾਹਿਗੁਰੂ ਜੀ ਕਾ ਖਾਲਸਾ,